और जो गुरु ग्रंथ साहब महाराज की गल आ जाती है बेदबी की, तो फिर साडियां ताहां निकलदियां ने। सानू पुछ के देखो जिन्हां दे सामने प्यार होया ते गल्लां कर देणियां उठ के बच्चे सौखियां ने प्यारिओ, गल्लां कर देणियां भी हाँ निहंग सिंघां ने सो वढ़ दित्ता उहनूं कट दित्ता, दरिंदगी कीती, ओहदे कुड़ियां सी 3। ये जिहड़े पिटदे ने बाहमणवादी लोग, मैं जात की नहीं गल करदा, वो अपने आप कह रहे हैं असीं हिंदू दवी लोग है, वो अपने आप कह रहे हैं साडे हिंदू भरा साडे अपने ने, मुसलमान साडे भरा अपने ने। फिर मैनूं ये दसो भी जे हुण धीआं की गल करदे, ओहदियां 3 धीआं सी, कहंदे ओहदियां 3 धीआं सी, ते रावण का भी 1 लाख पूत 1.25 लाख नाती, 1 लाख पुੱਤ ते 1.25 लाख ਉਹਦਾ ਪੋਤਰਾ ਸੀ। ਉਹਦਾ ਆਏ ਸਾਲ ਉਹਦੀਆਂ ਨਾਥਾਂ ਦੇ ਪਟਾਕੇ ਰੱਖ ਕੇ ਉਹਨੂੰ ਕਿਉਂ ਫੂਕਦੇ ਹੋ ਆਏ ਸਾਲ ਬਈ? ਸਾਰੇ ਕੰਨ ਖੋਲ ਕੇ ਸੁਣ ਲਓ। ਜੇ ਕਿਸਾਨ ਆਗੂ ਇਹ ਕਹਿੰਦੇ ਨੇ ਵੀ ਕਾਨੂੰਨ ਦੇ ਵਿੱਚ ਰਹਿਣਾ ਚਾਹੀਦਾ ਸੀ, ਤਾਂ ਫਿਰ ਤੁਸੀਂ ਜੇ ਕਾਨੂੰਨ ਤੇ ਵਿਸ਼ਵਾਸ ਕਰਦੇ ਹੋ ਤਾਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਜਿਹੜੇ ਕਿਸਾਨ ਨੇ ਉਹ ਘਰਾਂ ਨੂੰ ਚਲੇ ਜਾਣ। ਅਸੀਂ ਜਿਹੜੀ ਆ ਕਾਨੂੰਨਾਂ ਦੇ ਰੱਦ ਇਹਨਾਂ ਤੇ ਪਾਬੰਦੀ ਲਾਤੀ ਆ। ਫਿਰ ਤੁਸੀਂ ਕਾਨੂੰਨ ਮੰਨੋ, ਫਿਰ ਇੱਥੇ ਸਾਨੂੰ ਕਾਹਤੋਂ ਬਿਠਾਇਆ? ਚਲੋ ਘਰਾਂ ਨੂੰ। ਬਿੱਟੇ ਆ ਉਦੋਂ ਤੈਨੂੰ ਸ਼ਰਮ ਨਹੀਂ ਆਈ ਜਦੋਂ ਲਖੀਮਪੁਰ ਖੀਰੀ ਦੇ ਵਿੱਚ ਸ਼ਰੇਆਮ ਭਾਜਪਾ ਦੇ ਬੰਦਿਆਂ ਨੇ ਕਿਸਾਨਾਂ ਨੂੰ ਦਰੜ ਕੇ ਮਾਰਤਾ, ਗੋਲੀ ਮਾਰ ਕੇ ਮਾਰਤਾ? ਉਦੋਂ ਦਾ ਤੇਰਾ ਜ਼ੁਬਾਨ ਖੁੱਲ੍ਹੀ ਨਹੀਂ, ਹੁਣ ਕੁੱਤੇ ਵਾਂਗੂ ਭੌਂਕੀ ਜਾਂਦਾ। ਜੇ ਤੇਰੇ ਜ਼ੁਰਤ ਆ ਅਸੀਂ ਸਾਹਮਣੇ ਬਹਿਨੇ, ਸਾਡੇ ਸਾਹਮਣੇ ਬੈਠੇ ਗੱਲ ਕਰ, ਸਾਰੀਆਂ ਗੱਲਾਂ ਜਵਾਬ ਦੇਵਾਂਗੇ। ਉੱਥੇ ਕੁੱਤੇ ਵਾਂਗੂ ਨਾ ਭੌਂਕ, ਅਸੀਂ ਸਾਰੀਆਂ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਹਾਂ। ਅੱਤਵਾਦੀ ਅਸੀਂ ਆ ਜਾਂ ਉਸ ਟਾਈਮ ਤੁਸੀਂ ਲੋਕ ਤੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਾਰਿਆ, ਬੇਅੰਤੇ ਬੁੱਚੜ ਵਰਗਿਆਂ ਨੇ? ਉਸ ਟਾਈਮ ਤੁਸੀਂ ਸਾਡੀ ਸਿੱਖ ਕੌਮ ਦਾ ਕਾਂਗਰਸ ਨੇ ਘਾਣ ਕਰਕੇ ਰੱਖਤਾ, ਅੱਜ ਤੁਸੀਂ ਸਾਨੂੰ ਅੱਤਵਾਦੀ ਦੱਸਦੇ ਹੋ। ਅਸੀਂ ਅਮਨ ਪਸੰਦ ਦੇਸ਼ ਆ। ਮੈਂ ਬਿੱਟੇ ਨੂੰ ਪੁੱਛਣਾ ਚਾਹੁੰਦਾ ਹੈ ਵੀ ਤੈਂ ਉਦੋਂ ਅੱਤਵਾਦੀ ਕਿਉਂ ਨਹੀਂ ਦੱਸਿਆ ਜਦੋਂ ਸਾਰੇ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਪਈ? ਉੱਥੇ ਇਹਨਾਂ ਨੇ ਜਾ ਕੇ ਸਾਰੇ ਲੰਗਰ ਚਲਾਏ। ਉਦੋਂ ਅਸੀਂ ਕਿੱਥੇ ਸੀ? ਉਦੋਂ ਅਸੀਂ ਸੇਵਾਦਾਰ ਬਣ ਗਏ ਸੀਗੇ। ਅੱਜ ਤੂੰ ਸਾਨੂੰ ਅੱਤਵਾਦੀ ਦੱਸਦਾ। ਤੈਂ ਉਦੋਂ ਅੱਤਵਾਦੀ ਕਿਉਂ ਨਹੀਂ ਦੱਸਿਆ ਜਦੋਂ ਸਾਡੇ ਬੱਚੇ ਸਰਹੰਦਾਂ ਦੇ ਉੱਤੇ ਲੜਦੇ ਨੇ, ਜਾ ਕੇ ਉੱਥੇ ਫੌਜੀ ਦੀ ਦੇਸ਼ ਦੀ ਰਖਵਾਲੀ ਕਰਦੇ ਨੇ ਭਾਰਤ ਦੇ? ਉਹ ਅੱਤਵਾਦੀ ਨਹੀਂ। ਹੁਣ ਸਾਡੇ ਅੱਜ ਪੰਜਾਬ ਦੇ 5 ਨੌਜਵਾਨ ਸਿੱਖ ਆਪਦੀ ਸ਼ਹਾਦਤ ਦਿੱਤੀ ਆ, ਹਫ਼ਤਾ ਹਜੇ ਹੋਇਆ ਨਹੀਂ ਹੈਗਾ। ਇਹ ਕਹੀ ਜਾਂਦੇ ਨੇ ਸਾਨੂੰ ਇਹਨਾਂ ਦੀ ਪਰਵਾਹ ਨਹੀਂ, ਕਿਉਂਕਿ ਅਸੀਂ ਇਹਨਾਂ ਦੇ ਕਰਕੇ ਆਏ ਨਹੀਂ। ਕਿ ਜਿੰਨਾ ਮਰਜ਼ੀ ਦਿਓਰ ਲਾਈ ਜਾਣ, ਜਿਵੇਂ ਮਰਜ਼ੀ ਸਟੇਜਾਂ 'ਤੇ ਚੜ੍ਹ ਕੇ ਜਾਣ, ਇਹ ਝੰਡੇ ਲਾ ਲਓ ਜੀ। ਇਹ ਕਹਿੰਦੇ ਧਾਰਮਿਕ ਸਟੇਜ ਨਹੀਂ। ਫਿਰ ਜੇ ਧਾਰਮਿਕ ਸਟੇਜ ਨਹੀਂ, ਫਿਰ ਸੁਖਮਨੀ ਸਾਹਿਬ ਰੋਜ਼ ਕਿਉਂ ਕਰਦੇ ਹੋ? ਸਾਨੂੰ ਇਤਰਾਜ਼ ਨਹੀਂ ਕਿ ਹੋਣਾ ਚਾਹੀਦਾ, ਪਰ ਕਹਿੰਦੇ ਕਿਉਂ ਨੇ ਫਿਰ ਗੱਲਾਂ? ਅਰਦਾਸ ਕਿਉਂ ਕਰਦੇ ਨੇ ਫਿਰ ਉੱਥੇ? ਬਾਈਬਲ ਗੁਰੂ ਮਹਾਰਾਜ ਤੇ ਪਾਤਸ਼ਾਹ ਕਿਰਪਾ ਕਰਨ, ਜਿਹੜਾ ਕੁਰਾਨ ਦੀਆਂ ਆਇਤਾਂ ਉਹ ਕਿਉਂ ਪੜ੍ਹਾਈਆਂ ਜਾਂਦੀਆਂ ਨੇ ਫਿਰ ਬਈ? ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਾਈਬਲ, ਕੁਰਾਨ, ਗੀਤਾ, ਕਿਸੇ ਵੀ ਗ੍ਰੰਥ ਦੇ ਉੱਤੇ ਹੱਥ ਚੱਕਦਾ, ਅਜ਼ਮਤ ਨੂੰ ਹੱਥ ਪਾਉਂਦਾ, ਉਹ ਬੰਦੇ ਦੀ ਕੋਈ ਜਾਤ ਨਹੀਂ ਹੈ। ਤੁਸੀਂ ਮੰਨਦੇ ਹੋ ਗੱਲ? ਉਹਦੀ ਜਾਤ ਹੈ ਕੋਈ? ਉਹਦੀ ਕੋਈ ਜਾਤ ਨਹੀਂ ਹੈ। ਬਾਕੀ ਆ ਬਾਬਾ ਜੀ ਨੇ ਢੰਡਰੀਆਂ ਵਾਲੇ ਸੰਤ ਬਾਰੇ ਗੱਲ ਕਹੀ ਹੈ। ਉਹ ਕਹਿੰਦਾ ਵੀ ਦੱਸੋ ਵੀ ਸਬੂਤ ਦਿਓ ਕੋਈ, ਵੀ ਮੈਂ ਸਨ 15 'ਚ ਮੈਂ ਬੜੀਆਂ ਡਾਂਗਾ ਖਾਧੀਆਂ, ਕਹਿੰਦਾ ਉੱਥੇ ਮੇਰੀਆਂ ਗੱਡੀਆਂ ਭੰਨੀਆਂ ਗਈਆਂ। ਅੱਜ ਤੱਕ ਨਾ ਤਾਂ ਕੋਈ ਉਹਦੀਆਂ ਗੱਡੀਆਂ ਦਾ ਹੀ ਸਬੂਤ ਹੈ ਟੁੱਟੀਆਂ ਦਾ, ਨਾ ਕੋਈ ਉਹਦੀਆਂ ਡਾਂਗਾ ਦਾ ਹੀ ਸਬੂਤ ਹੈ। ਵੀ ਜੇ ਤੂੰ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਸਰਵਲੋ ਗ੍ਰੰਥ 10ਮ ਗ੍ਰੰਥ ਦੀ ਬੇਅਦਬੀ ਹੋਈ ਆ, ਦੂਜਾ ਗ੍ਰੰਥ ਵੀ ਪ੍ਰਕਾਸ਼ ਨਾਲ ਹੀ ਹੁੰਦਾ ਹੈ। ਤੇ ਜੇ ਤੂੰ ਐਡਾ ਵੱਡਾ ਸੰਤ ਹੈ, ਜਦੋਂ ਅੰਮ੍ਰਿਤ ਛਕਾਉਣ ਲੱਗਿਆ 10ਮ ਗ੍ਰੰਥ ਦੀਆਂ 3 ਬਾਣੀਆਂ ਕੱਢ ਕੇ ਅੰਮ੍ਰਿਤ ਛਕਾ, ਫਿਰ ਤੈਨੂੰ ਪਤਾ ਲੱਗੇ ਵੀ 10ਵੇਂ ਪਾਤਸ਼ਾਹ ਦੀ ਕਿੰਨੀ ਵੈਲਿਊ ਸੀਗੀ। ਵੀ ਸਨ 15 ਤੋਂ ਬੇਅਦਬੀ ਆਉਂਦੀ ਆ ਰਹੀ ਹੈ, ਘੱਟੋ ਘੱਟ ਵੀ 50 ਬੇਅਦਬੀਆਂ ਹੋ ਚੁੱਕੀਆਂ ਨੇ। ਤੇ ਜੇ 50 ਬੇਅਦਬੀਆਂ ਦਾ ਹੱਲ ਨਹੀਂ ਕੋਈ ਨਿਕਲਿਆ, ਤੇ ਜੇ ਅੱਜ ਨਿਹੰਗ ਸਿੰਘਾਂ ਨੇ ਸਿੰਘੂ ਬਾਰਡਰ ਤੇ ਬੇਅਦਬੀ ਕਰਦਾ ਬੰਦਾ ਫੜ ਕੇ ਸਿੰਘਾਂ ਨੇ ਸੋਧ ਦਿੱਤਾ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਆਪ ਲਈ ਵੀ ਅਸੀਂ ਸੋਧਿਆ, ਉਹ ਸਿੰਘ ਪੇਸ਼ ਵੀ ਹੋ ਚੁੱਕੇ ਨੇ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਕੰਨ ਖੋਲ੍ਹ ਕੇ ਸੁਣ ਲਏ। ਉਹਦਾ ਬਿਆਨ ਆ ਵੀ ਕਦੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਕਦੇ ਕਾਸੇ ਦੀ। ਮੈਂ ਦੱਸਣਾ ਚਾਹੁੰਦਾ ਸੰਗਤਾਂ ਨੂੰ, ਹਰੇਕ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਪ੍ਰਕਾਸ਼ ਹੁੰਦਾ, ਪਰ ਨਿਹੰਗ ਸਿੰਘ ਜਿਹੜੀਆਂ ਫੌਜਾਂ ਨੇ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉੱਥੇ ਨਾਲ ਹੀ 10ਵੇਂ ਗ੍ਰੰਥ ਦਾ ਪ੍ਰਕਾਸ਼ ਕਰਦੇ ਨੇ, ਨਾਲ ਹੀ ਜਿਹੜਾ ਆਪਣੇ ਸਰਬਲੋ ਗ੍ਰੰਥ ਦਾ ਉਹਦਾ ਪ੍ਰਕਾਸ਼ ਕੀਤਾ ਜਾਂਦਾ। ਉਹ ਜਦੋਂ ਪਾਲਕੀ ਦੇ ਵਿੱਚ ਬੰਦਾ ਵੜਿਆ, ਉਹਨੇ ਰੁਮਾਲੇ ਲਾਹੇ, ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਹੋਇਆ, ਰੁਮਾਲੇ ਲਾ ਕੇ ਸਿੱਟੇ। ਉਹਨਾਂ ਵਿੱਚੋਂ ਜਿਹੜਾ ਸਰਬਲੋ ਗ੍ਰੰਥ ਆ ਉਹ ਚੱਕ ਕੇ ਲੈ ਗਿਆ ਸੀਗਾ ਬਾਹਰੇ,
ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਕੋਈ ਵੀ ਗ੍ਰੰਥ ਹੈ, ਰਮਾਇਣ ਹੈ, ਗੁਰੂ ਗ੍ਰੰਥ ਸਾਹਿਬ ਹੈ, ਬਾਈਬਲ ਹੈ, ਕੁਰਾਨ ਹੈ, ਸਾਨੂੰ ਸਾਰੇ ਸਤਿਕਾਰਯੋਗ ਨੇ। ਜੋ ਵੀ ਇਹਨਾਂ ਦੀ ਬੇਅਦਬੀ ਕਰਦਾ ਉਹ ਨਾ ਤਾਂ ਕਿਸੇ ਕੌਮ ਦਾ ਹੋ ਸਕਦਾ, ਨਾ ਕਿਸੇ ਜਾਤ ਦਾ ਹੋ ਸਕਦਾ। ਮੈਂ ਕਹਿੰਦਾ ਉਹ ਇਨਸਾਨ ਹੀ ਨਹੀਂ, ਉਹ ਇੱਕ ਹੈਵਾਨ ਹੈ। ਸਭ ਤੋਂ ਪਹਿਲਾਂ ਸਾਨੂੰ ਗੁਰੂ ਪਿਆਰਾ ਸਾਡਾ, ਜ਼ਮੀਨਾਂ ਤਾਂ ਬਾਅਦ 'ਚ ਨੇ। ਜੇ ਸਾਡੇ ਕੋਈ ਗੁਰੂ ਦੀ ਇਸ਼ਟ ਦੀ ਬੇਅਦਬੀ ਕਰਦਾ ਉਹ ਕਥਾਚਿਤ ਵੀ ਬਰਦਾਸ਼ਤ ਨਹੀਂ ਕੀਤੀ ਜਾਊ। ਅੱਜ ਰੌਲਾ ਪਿਆ ਹੋਇਆ, ਉੱਥੇ ਦਲਤ ਮਾਰਤਾ ਤੇ ਗੁਰੂ ਦੀ ਕੋਈ ਗੱਲ ਹੀ ਨਹੀਂ ਕਰਦਾ। ਦੇਖੋ ਬੇਅਦਬੀਆਂ ਇਸ ਤੋਂ ਪਹਿਲਾਂ ਬਹੁਤ ਹੋਈਆਂ ਨੇ, ਸਾਨੂੰ ਅਦਾਲਤਾਂ ਤੋਂ ਇਨਸਾਫ ਨਹੀਂ ਮਿਲਿਆ, ਨਾ ਹੀ ਦਿੱਤਾ। ਜੇ ਕੋਈ ਫੜਿਆ ਗਿਆ ਤਾਂ ਉਹਨਾਂ ਨੇ ਉਹ ਵਿਅਕਤੀ, ਚਾਹੇ ਕੋਈ ਔਰਤ ਆ, ਚਾਹੇ ਕੋਈ ਉਹ ਬੰਦਾ ਵਾ, ਉਹਨੂੰ ਪਾਗਲ ਕਰਾਰ ਦਿੱਤਾ ਕਿ ਵੀ ਇਹ ਪਾਗਲ ਬੰਦਾ। ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ, ਕੋਈ ਉਹਦੇ ਮਗਰਲਾ ਰਿਕਾਰਡ ਨਹੀਂ ਕਾ ਵੀ ਕਿਹਨੇ ਭੇਜਿਆ। ਜਿਹੜਾ ਇੱਥੇ ਹੋਇਆ ਕਾਂਡ, ਇੱਥੇ ਉਹਨੂੰ ਦੁਸ਼ਟ ਨੂੰ ਸੋਧਿਆ ਗਿਆ, ਹੁਣ ਰੌਲਾ ਪੈ ਗਿਆ ਵੀ ਉਹ ਦਲਤ ਦਾ ਰੌਲਾ ਪਾਤਾ। ਇਹ ਨਹੀਂ ਦੇਖ ਰਹੇ ਵੀ ਉਹ ਦੇਖੋ ਜਿਹੜਾ ਕੋਈ ਵੀ ਨੀਚ ਹਰਕਤ ਕਰਦਾ, ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਵੇ, ਚਾਹੇ ਕੁਰਾਨ ਦੀ ਹੋਵੇ, ਚਾਹੇ ਰਮਾਇਣ ਦੀ ਹੋਵੇ, ਉਹ ਬੇਅਦਬੀ ਤਾਂ ਬੇਅਦਬੀ ਆ। ਜੋ ਵੀ ਕਰਦਾ ਬੇਅਦਬੀ ਉਹ ਇਨਸਾਨਾਂ ਦੇ ਵਿੱਚ ਮੈਂ ਕਹਿੰਦਾ ਨਹੀਂ ਗਿਣਿਆ ਜਾਂਦਾ। ਨਾ ਉਹ ਕਿਸੇ ਜਾਤ ਦਾ ਹੋ ਸਕਦਾ, ਨਾ ਉਹ ਇਨਸਾਨ ਹੀ ਨਹੀਂ ਉਹ ਗਿਣਿਆ ਜਾਂਦਾ। ਜੇ ਕਿਸੇ ਧਰਮ 'ਤੇ ਕੋਈ ਅਟੈਕ ਕਰਦਾ, ਅਤੇ ਅੱਜ ਸਾਡੇ ਧਰਮ 'ਤੇ ਅਟੈਕ ਹੋਇਆ, ਸਿੰਘਾਂ ਨੇ ਸੋਧਾ ਲਾਇਆ, ਅਤੇ ਉਸ ਤੋਂ ਬਾਅਦ ਜਿਹੜਾ ਸੰਯੁਕਤ ਮੋਰਚਾ ਉਹਨੇ ਇਹ ਬਿਆਨ ਦਿੱਤਾ ਵੀ ਜਿਹੜੇ ਨਿਹੰਗ ਸਿੰਘ ਨੇ ਇਹਨਾਂ ਨਾਲ ਸਾਡਾ ਕੋਈ ਵਾਦ ਵਾਸਤਾ ਨਹੀਂ, ਇਸ ਮੁੱਦੇ 'ਤੇ ਅਸੀਂ ਕੋਈ ਗੱਲ ਹੀ ਨਹੀਂ ਕਰਦੇ, ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਅਸੀਂ ਪਹਿਲਾਂ ਵੀ ਕਿਹਾ ਸੀ ਵੀ ਇਹ ਇੱਥੋਂ ਚਲੇ ਜਾਣ। ਅਤੇ ਜਿਹੜਾ ਜੋਗਿੰਦਰ ਯਾਦਵ ਆ ਸੰਯੁਕਤ ਮੋਰਚੇ ਦੇ ਵਿੱਚ, ਉਹਨੇ ਵੀ ਬਹੁਤ ਘਟੀਆ ਜਿਹਾ ਬਿਆਨ ਲਿਆ। ਮੈਂ ਦੇਖ ਲਿਆ ਵੀ ਇਹਨਾਂ ਦਾ ਕਿੰਨਾ 40 ਸਾਲ ਦਾ ਤਜਰਬਾ ਵਾ। ਉਹ ਕਹਿੰਦਾ ਇਹਨਾਂ ਵਾਸਤੇ ਇੱਥੇ ਅੰਦੋਲਨ ਦੇ ਵਿੱਚ ਜਗ੍ਹਾ ਹੀ ਨਹੀਂ ਹੈਗੀ ਨਿਹੰਗ ਸਿੰਘਾਂ ਵਾਸਤੇ। ਦੇਖੋ ਅਸੀਂ ਇਹ ਪ੍ਰੈਸ ਕਾਨਫਰੰਸ ਤਾਂਹੀਓ ਹੀ ਬੁਲਾਈ ਅੱਜ, ਸਾਰੀਆਂ ਭਾਰਤ ਦੀਆਂ, ਪੰਜਾਬ ਦੀਆਂ, ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸੰਗਤਾਂ ਬੈਠੀਆਂ ਨੇ, ਸਭ ਤੋਂ ਪਹਿਲਾਂ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਅਸੀਂ 27 ਤਰੀਕ ਨੂੰ ਇੱਕ ਇੱਥੇ ਮੀਟਿੰਗ ਸੱਦੀ ਆ। ਸਾਰੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚਣ, ਉਹਨਾਂ ਨੂੰ ਸੱਦਾ ਹੈ, ਅਤੇ ਸਾਰੀਆਂ ਪੰਥਕ ਜਥੇਬੰਦੀਆਂ ਜਿਹੜਾ ਉਹਨਾਂ ਨੂੰ ਸੱਦਾ ਹੈ। ਜਿਹੜਾ ਸੰਤ ਸਮਾਜ ਦੇ ਆਗੂ ਨੇ ਉਹਨਾਂ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਵੀ ਇੱਥੇ ਪਹੁੰਚ ਕੇ ਸਾਨੂੰ ਰਾਏ ਦਿਓ, ਸੁਝਾਅ ਦਿਓ ਵੀ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਇੰਨੇ ਦਿਨਾਂ ਦੀ ਬੈਠੇ ਨੇ। ਨਾਲ ਹੀ ਇਕੱਲੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਟਾਰਗੇਟ ਨਹੀਂ ਇਹ ਕਰਦੇ ਸੰਯੁਕਤ ਮੋਰਚੇ ਵਾਲੇ ਨੇ, ਇਹਨਾਂ ਨੇ ਨਾਲ ਹੀ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ, ਲੰਗਰ ਵਾਲੇ ਨੇ, ਉਹਨਾਂ 'ਤੇ ਵੀ ਕਈ ਵਾਰੀ ਅਟੈਕ ਕਰਤਾ ਵੀ ਅਸੀਂ ਕਿਹੜਾ ਇਹਨਾਂ ਨੂੰ ਘਰੋਂ ਬੁਲਾਉਣ ਗਏ, ਇਹ ਵੀ ਚਲੇ ਜਾਣ। ਅਤੇ ਮੈਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਸਾਡੇ 'ਤੇ ਇਲਜ਼ਾਮ ਲਾਉਂਦੇ ਨੇ, ਕਾਰ ਸੇਵਾ ਵਾਲਿਆਂ 'ਤੇ ਵੀ ਅਤੇ ਨਿਹੰਗ ਸਿੰਘ ਜਥੇਬੰਦੀਆਂ 'ਤੇ ਵੀ, ਇਹ ਇੱਥੇ ਚਲੋ ਜਾਣ, ਇਹਨਾਂ ਦੀ ਕੋਈ ਲੋੜ ਨਹੀਂ ਹੈ। ਅਸੀਂ ਇੱਥੋਂ ਜਾਣ ਵਾਸਤੇ ਬਿਲਕੁਲ ਤਿਆਰ ਹਾਂ। ਮੈਂ ਪਹਿਲਾਂ ਵੀ ਕਈ ਵਾਰੀ ਸਟੇਜ 'ਤੇ ਬੋਲਿਆ ਵੀ ਇੱਕ ਬੰਦਾ ਇਹਨਾਂ ਦਾ ਆਗੂ ਸੰਯੁਕਤ ਮੋਰਚੇ ਸਟੇਜ ਤੋਂ ਐਲਾਨ ਕਰਦੇ ਵੀ ਨਿਹੰਗ ਸਿੰਘਾਂ ਦੀ ਲੋੜ ਨਹੀਂ, ਚਲੇ ਜਾਂਦੇ ਆ। ਅੱਜ ਜੋ ਸਥਿਤੀ ਬਣੀ ਆ, ਸਾਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਇਹ ਹਿੰਸਕ ਲੋਕ ਨੇ, ਇਹ ਆਏ ਨੇ, ਇਹ ਆਏ ਨਹੀਂ। ਹੁਣ ਤੱਕ ਅਸੀਂ ਕਿੱਡਾ ਕਿ ਇੱਥੇ ਅਪਰਾਧ ਕਰਤਾ। ਅਸੀਂ ਤਾਂ ਇੱਥੇ ਸੇਵਾਵਾਂ ਕਰਦੇ ਹਾਂ। ਜੇ ਅੱਜ ਸਾਡੇ ਗੁਰੂ ਦੀ ਇਸ਼ਟ ਦੀ ਬੇਅਦਬੀ ਹੋਈ ਤਾਂ ਇਹ ਘਟਨਾ ਘਟੀ, ਉਹ ਬੰਦੇ ਕੌਣ ਨੇ ਜਿਨ੍ਹਾਂ ਨੇ ਉਹਨੂੰ ਭੇਜਿਆ, ਇਹਦੀ ਤਫਤੀਸ਼ ਹੋਣੀ ਚਾਹੀਦੀ ਆ। ਅਤੇ 27 ਤਰੀਕ ਨੂੰ ਅਸੀਂ ਇੱਕ ਵੱਡਾ ਇਕੱਠ ਰੱਖ ਰਹੇ ਹਾਂ, ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਪੰਥਕ ਜਥੇਬੰਦੀਆਂ, ਅਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਇੱਥੇ ਪਹੁੰਚੋ। ਇਹ ਮੀਟਿੰਗ ਹੋਵੇਗੀ ਇੱਕ, ਉਹਦੇ ਵਿੱਚ ਸਾਨੂੰ ਸੁਝਾਅ ਦਿਓ ਵੀ ਤੁਸੀਂ ਇੱਥੋਂ ਚਲੇ ਜਾਓ ਜਾਂ ਇੱਥੇ ਤੁਹਾਡਾ ਰਹਿਣਾ ਬਣਦਾ ਹੈ, ਇਹ ਸਾਨੂੰ ਆ ਕੇ ਤੁਸੀਂ ਦੱਸੋ। ਅਤੇ ਜਿਹੜੀਆਂ ਦੇਸ਼ ਵਿਦੇਸ਼ ਦੇ ਵਿੱਚ ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਹੋਰ ਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਇੱਥੇ ਸੇਵਾਵਾਂ ਭੇਜਦੀਆਂ ਨੇ, ਉਹਨਾਂ ਨੇ ਸੰਯੁਕਤ ਮੋਰਚੇ ਨੂੰ ਫੰਡ ਵੀ ਭੇਜੇ ਨੇ, ਉਹਨਾਂ ਦੇ ਲੰਗਰ ਵੀ ਲੱਗ ਰਹੇ ਨੇ, ਹੋਰ ਵੀ ਸੇਵਾਵਾਂ ਸਮੇਂ ਸਿਰ ਨਾਲ ਉਹ ਬਾਹਰਲੇ ਜਿਹੜੀਆਂ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਨੇ, ਉੱਥੇ ਦੀਆਂ ਜਥੇਬੰਦੀਆਂ ਨੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਵੀ 27 ਤਰੀਕ ਤੱਕ ਆਪੋ ਆਪਣੇ ਜਿਹੜੇ ਮੈਸੇਜ ਨੇ,
ਜਿਹੜੇ ਆ ਤੁਹਾਡੀ ਰਾਏ ਆ ਉਹ ਸਾਨੂੰ ਅਸੀਂ ਤੁਹਾਨੂੰ WhatsApp ਨੰਬਰ ਦੇਵਾਂਗੇ, ਮੋਬਾਈਲ ਨੰਬਰ ਦੇਵਾਂਗੇ, ਉਹਦੇ ਉੱਤੇ ਈਮੇਲ ਕਰੋ। ਤੁਹਾਡਾ ਜਿਹੜਾ ਸੁਨੇਹਾ ਉਹ ਸਾਡੇ ਤੱਕ ਪਹੁੰਚਦਾ ਹੋਵੇ ਵੀ ਨਿਹੰਗ ਸਿੰਘ ਜਿਹੜੀਆਂ ਜਥੇਬੰਦੀਆਂ ਨੇ ਉਹ ਇੱਥੋਂ ਚਲੀਆਂ ਜਾਣ। ਜੇ ਸਾਰੇ ਤੁਸੀਂ ਇਕੱਤਰ ਹੋ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ, ਇੱਥੋਂ ਦੀਆਂ ਪੰਥਕ ਧਿਰਾਂ, ਕਿਸਾਨ ਜਥੇਬੰਦੀਆਂ ਸਾਨੂੰ ਤੁਸੀਂ ਕਹੋਗੇ ਵੀ ਤੁਸੀਂ ਨਿਹੰਗ ਸਿੰਘ ਹੁਣ ਇੱਥੋਂ ਚਲੇ ਜਾਵੋ, ਤਾਂ ਅਸੀਂ ਉਸੇ ਟਾਈਮ ਸਾਰੇ ਦਲ ਪੰਥ ਇੱਥੋਂ ਸਿੰਘੂ ਬਾਰਡਰ ਛੱਡ ਕੇ ਆਪੋ ਆਪਣੀ ਜਿੰਨੀ ਸੇਵਾ ਸਾਡੀ ਮਨਜ਼ੂਰ ਕਰ ਲਿਓ, ਅਸੀਂ ਪੰਜਾਬ ਨੂੰ ਚਾਲਾ ਪਰ ਦਾਂਗੇ, ਆਪੋ ਆਪਣੇ ਪੜਾਵਾਂ ਨੂੰ ਚਲੇ ਜਾਵਾਂਗੇ। ਅਤੇ ਬਾਕੀ ਜੇ ਸਾਨੂੰ ਇੱਥੇ ਤੁਸੀਂ ਕਹੋਗੇ ਇੱਥੇ ਬੈਠ ਕੇ ਸੇਵਾ ਕਰੋ, ਜਿੰਨਾ ਚਿਰ ਇਹ ਮੋਰਚਾ ਹੱਲ ਨਹੀਂ ਹੁੰਦਾ ਤੁਸੀਂ ਇੱਥੇ ਬੈਠੇ ਰਹੋ, ਤਾਂ ਅਸੀਂ ਇੱਥੇ ਡਟੇ ਰਹਾਂਗੇ। ਅਸੀਂ ਤਾਂ ਵੈਸੇ ਇਹ ਗੱਲ ਹੁਣ ਤੱਕ ਕਹਿੰਦੇ ਆਏ ਹਾਂ ਅਤੇ ਕਹਿ ਰਹੇ ਹਾਂ ਵੀ ਜਿੰਨਾ ਚਿਰ ਮੋਰਚਾ ਹੱਲ ਨਹੀਂ ਹੁੰਦਾ ਨਿਹੰਗ ਸਿੰਘ ਜਥੇਬੰਦੀਆਂ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ। 27 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਦੁਬਾਰਾ ਫੇਰ ਸੁਣ ਲਓ, ਕਿਸਾਨ ਜਥੇਬੰਦੀਆਂ, ਧਾਰਮਿਕ ਜਿਹੜੀਆਂ ਆਪਣੇ ਪੰਥਕ ਜਥੇਬੰਦੀਆਂ ਨੇ, ਉਹ ਕਾਰ ਸੇਵਾ ਵਾਲੇ ਮਹਾਂਪੁਰਖ ਤੁਹਾਡੇ 'ਤੇ ਵੀ ਅਟੈਕ ਕੀਤਾ ਗਿਆ ਇਹਨਾਂ ਦਾ, ਅਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉੱਥੋਂ ਦੀਆਂ ਜਥੇਬੰਦੀਆਂ ਨੇ, ਉਹ ਈਮੇਲ ਰਾਹੀਂ ਜਾਂ WhatsApp ਰਾਹੀਂ ਆਪਣਾ ਸੁਨੇਹਾ ਸਾਡੇ ਤੱਕ ਪਹੁੰਚਦਾ ਕਰੋ। ਅਤੇ ਸਾਡਾ ਨੰਬਰ ਨੋਟ ਕਰ ਲਿਓ 98 152 64704, 98 152 64704 ਇਹ ਨੰਬਰ ਆ। ਇਹ ਬਾਬਾ ਜੀ ਵੀ ਦੱਸਣਗੇ ਆਪੋ ਆਪਣਾ ਨੰਬਰ। WhatsApp ਨੇ ਇਹ ਸਾਡੇ, ਅਤੇ WhatsApp ਵੀ ਚੱਲਦਾ, ਤੁਸੀਂ ਜਿਹੜੀ ਹੋਰ ਕੋਈ ਜਾਣਕਾਰੀ ਆ ਤੁਸੀਂ ਇਹਦੇ ਉੱਤੇ ਜਾਣਕਾਰੀ ਵੀ ਲੈ ਸਕਦੇ ਹੋ। ਅਤੇ ਜਿਹੜਾ ਤੁਹਾਡਾ ਸੁਝਾਅ, ਜਿਹੜਾ ਤੁਸੀਂ ਸਾਨੂੰ ਸੁਨੇਹਾ ਦੇਣਾ, ਇੱਥੇ ਰਾਏ ਦੇਣੀ ਹੈ, ਤੁਸੀਂ ਆ ਨਹੀਂ ਸਕਦੇ ਕਿਉਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ, ਆਪਣੀਆਂ ਸੇਵਾਵਾਂ ਕਰ ਰਹੇ ਹੋ, ਤੁਸੀਂ ਉਹ ਆਪਣਾ ਸੁਨੇਹਾ ਸਾਡੇ ਪ੍ਰਤੀ ਤੁਹਾਡਾ ਸੁਨੇਹਾ ਕੀ ਆ ਇੱਥੋਂ ਜਾਣ ਦਾ ਜਾਂ ਇੱਥੇ ਸਾਨੂੰ ਡਟਣ ਦਾ, ਉਹ ਤੁਸੀਂ ਦੱਸਣਾ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਅਤੇ ਜਿਹੜੀਆਂ ਪੰਜਾਬ ਦੀਆਂ ਪੰਥਕ ਧਿਰਾਂ ਨੇ ਉਹ ਪਹੁੰਚਣ, ਭਾਰਤ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਸਾਨੂੰ ਪਹੁੰਚ ਕੇ ਇੱਥੇ ਕਹਿਣ ਸਾਰੀਆਂ ਵੀ ਤੁਸੀਂ ਇੱਥੇ ਸੇਵਾ ਕਰੋ ਜਾਂ ਇੱਥੋਂ ਚਲੇ ਜਾਓ। ਅਸੀਂ ਸੰਗਤ ਦਾ ਜਿਹੜਾ ਹੁਕਮ ਆ ਉਹ ਸੱਤ ਕਰਕੇ ਮੰਨਾਂਗੇ। ਇਹ ਅਸੀਂ ਇਹ ਬੇਨਤੀ ਕਰਨ ਵਾਸਤੇ ਅੱਜ ਪ੍ਰੈਸ ਕਾਨਫਰੰਸ ਕਰੀ ਆ। ਨਾਲ ਹੀ ਇਹ ਜਿਹੜਾ ਬੇਅਦਬੀ ਦਾ ਮੁੱਦਾ, ਦੇਖੋ ਸਭ ਤੋਂ ਪਹਿਲਾਂ ਸਾਨੂੰ ਗੁਰੂ ਪਿਆਰਾ ਸਾਡਾ, ਜ਼ਮੀਨਾਂ ਤਾਂ ਬਾਅਦ 'ਚ ਨੇ। ਜੇ ਸਾਡੇ ਕੋਈ ਗੁਰੂ ਦੀ ਇਸ਼ਟ ਦੀ ਬੇਅਦਬੀ ਕਰਦਾ, ਉਹ ਕਥਾਚਿਤ ਵੀ ਬਰਦਾਸ਼ਤ ਨਹੀਂ ਕੀਤੀ ਜਾਊ। ਅੱਜ ਰੌਲਾ ਪਿਆ ਹੋਇਆ, ਉੱਥੇ ਦਲਿਤ ਮਾਰਤਾ ਅਤੇ ਗੁਰੂ ਦੀ ਕੋਈ ਗੱਲ ਹੀ ਨਹੀਂ ਕਰਦਾ। ਆ ਹੁਣੇ ਡੇਲੀ ਪੋਸਟ 'ਤੇ ਇੱਕ ਹੋਰ ਵੀ ਵੀਡੀਓ ਬਹੁਤ ਚੱਲੀ ਹੈ, ਵਾਇਰਲ ਹੋ ਰਹੀ ਹੈ। ਇੱਕ ਫੌਜੀ ਵੀਰ ਇੱਕ ਠੋਕ ਕੇ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਆਇਆ। ਉਹ ਕਹਿ ਰਿਹਾ ਵੀ ਜਦੋਂ ਦਾ ਮੋਰਚਾ ਲੱਗਿਆ ਨਿਹੰਗ ਸਿੰਘਾਂ ਨੇ ਹੁਣ ਤੱਕ ਜਿੰਨੀਆਂ ਵੀ ਸੇਵਾਵਾਂ ਦਿੱਤੀਆਂ ਨੇ, ਉੱਥੇ RSS ਆਈ, ਉੱਥੇ BJP ਆਈ, ਮੂੰਹ ਤੋੜ ਜਵਾਬ ਦਿੱਤਾ, ਮੂਹਰੇ ਇੱਕ ਡਾਕ ਕੇ ਕਿਸਾਨਾਂ ਦੇ ਅੱਗੇ ਖੜ੍ਹਦੇ ਰਹੇ। ਅੱਜ ਤੁਸੀਂ ਉਹਨਾਂ ਨੂੰ ਕਹਿੰਦਾ ਚਲੇ ਜਾਓ, ਇਹ ਬਹੁਤ ਮਾੜੀ ਗੱਲ ਆ। ਉੱਥੇ ਗੁਰੂ ਸਾਹਿਬ ਦੀ ਇਸ਼ਟ ਦੀ ਬੇਅਦਬੀ ਹੈ। ਗੁਰੂ ਸਾਹਿਬ ਦੇ ਬੇਅਦਬੀ ਦਾ ਕੋਈ ਨਾਂ ਨਹੀਂ ਲੈ ਰਿਹਾ, ਬਸ ਇੱਕੋ ਹੀ ਗੱਲ ਕਰੀ ਜਾ ਰਹੇ ਨੇ ਉੱਥੇ ਵੀ ਉੱਥੇ ਦਲਿਤ ਮਾਰਤਾ, ਉੱਥੇ ਦਲਿਤ ਮਾਰਤਾ। ਮੈਂ ਸਾਰਿਆਂ ਨੂੰ ਇਹ ਕਲੀਅਰ ਕਰਨਾ ਚਾਹੁੰਦਾ ਵੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਕੋਈ ਵੀ ਗ੍ਰੰਥ ਹੈ, ਰਮਾਇਣ ਹੈ, ਗੁਰੂ ਗ੍ਰੰਥ ਸਾਹਿਬ ਹੈ, ਬਾਈਬਲ ਹੈ, ਕੁਰਾਨ ਹੈ, ਸਾਨੂੰ ਸਾਰੇ ਸਤਿਕਾਰਯੋਗ ਨੇ। ਜੋ ਵੀ ਇਹਨਾਂ ਦੀ ਬੇਅਦਬੀ ਕਰਦਾ ਉਹ ਨਾ ਤਾਂ ਕਿਸੇ ਕੌਮ ਦਾ ਹੋ ਸਕਦਾ, ਨਾ ਕਿਸੇ ਜਾਤ ਦਾ ਹੋ ਸਕਦਾ। ਮੈਂ ਕਹਿੰਦਾ ਉਹ ਇਨਸਾਨ ਹੀ ਨਹੀਂ, ਉਹ ਇੱਕ ਹੈਵਾਨ ਹੈ ਜਿਹੜੇ ਇਹੋ ਜਿਹੇ ਘਿਨਾਉਣੇ ਕੰਮ ਕਰਦਾ। ਅਤੇ ਜਿਹੜੇ ਲੋਕ ਉਹਨਾਂ ਲੋਕਾਂ ਤੋਂ ਇਹ ਕਾਂਡ ਕਰਵਾ ਰਹੇ ਨੇ, ਉਹਨਾਂ ਦੇ ਚਿਹਰੇ ਮੂਹਰੇ ਨੰਗੇ ਹੋਣੇ ਚਾਹੀਦੇ ਨੇ। ਹੁਣ ਅੱਜ ਬਹੁਤਾ ਰੌਲਾ ਪੈ ਰਿਹਾ ਵੀ ਉਹਨੂੰ ਨਜਾਇਜ਼ ਮਾਰਿਆ ਗਿਆ। ਮੈਂ ਪੁੱਛਣਾ ਚਾਹੁੰਦਾ ਉਹਨਾਂ ਵੀਰਾਂ ਨੂੰ ਜਿਹੜੇ ਇਹ ਰੌਲਾ ਪਾ ਰਹੇ ਨੇ ਅਤੇ ਇਹ ਕਹਿ ਰਹੇ ਨੇ ਉਹ ਗਰੀਬ ਮਾਰਤਾ, ਇਹਨਾਂ 'ਤੇ ਹੋਰ ਕਿਸੇ ਦੇ ਵੱਸ ਨਹੀਂ ਚੱਲਦਾ। ਵੀ ਦੇਖੋ ਇਹਦੇ ਵਿੱਚ ਗਰੀਬ ਅਤੇ ਅਮੀਰ ਦਾ ਕੀ ਆ? ਇੱਥੇ ਗਰੀਬ ਅਤੇ ਅਮੀਰ ਦੀ ਗੱਲ ਨਹੀਂ, ਇੱਥੇ ਗੁਰੂ ਦੀ ਇਸ਼ਟ ਦੀ ਗੱਲ ਹੈ। ਇੱਥੇ ਸਾਡੇ ਵੱਡੇ ਮਹਾਂਪੁਰਖਾਂ ਦੀ, ਗੁਰੂਆਂ ਪੀਰਾਂ ਦੀ ਗੱਲ ਹੈ। ਇੱਥੇ ਰਮਾਇਣ ਦੀ ਗੱਲ ਹੈ, ਇੱਥੇ ਬਾਈਬਲ ਦੀ ਗੱਲ ਹੈ, ਇੱਥੇ ਕੁਰਾਨ ਦੀ ਗੱਲ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਗੱਲ ਆ। ਜਾਂ ਕਿਸੇ ਸਤਿਕਾਰਯੋਗ ਜਿਵੇਂ ਡਾਕਟਰ ਭੀਮ ਰਾਓ ਦਾ ਅੰਬੇਡਕਰ ਦਾ ਬੁੱਤ ਭੰਨਿਆ ਜਾਣਾ, ਜਾਂ ਭਗਤ ਰਵਿਦਾਸ ਦੇ ਬੁੱਤ ਨਾਲ ਛੇੜਛਾੜ ਕਰਨੀ, ਇਹ ਵੀ ਉਹ ਵੱਡੇ ਰਹਿਬਰ ਨੇ, ਉਹਨਾਂ ਨਾਲ ਵੀ ਇਹ ਬਹੁਤ ਵੱਡਾ ਗਲਤ ਹੈ। ਜੇ ਕੋਈ ਉਹਨਾਂ ਨੂੰ ਤੋੜਦਾ ਉਹ ਇਨਸਾਨ ਨੇ, ਉਹ ਸਤਿਕਾਰਯੋਗ ਨੇ। ਸਾਰੇ ਧਰਮ ਸਤਿਕਾਰਯੋਗ ਨੇ, ਕਿਸੇ ਵੀ ਧਰਮ ਦੀ ਨਹੀਂ ਬੇਅਦਬੀ ਹੋਣੀ ਚਾਹੀਦੀ। ਪਰ ਇੱਥੇ ਉਹ ਸ਼ਖਸ ਨੂੰ ਜਦੋਂ ਉਹਦੀ ਭੈਣ ਦੇ ਬਿਆਨ ਸੁਣਦੇ ਆ, ਪਿੰਡੋਂ ਬਿਆਨ ਆਉਂਦੇ ਨੇ ਵੀ ਉਹਦੇ ਕੋਲ ਉਹਨੂੰ ਰਾਹ ਦਾ ਨਹੀਂ ਪਤਾ ਸੀ, ਉਹ 20 ਕਿਲੋਮੀਟਰ ਨਹੀਂ ਜਾ ਸਕਦਾ, ਸਿੰਘੂ ਬਾਰਡਰ 'ਤੇ ਕਿਵੇਂ ਪਹੁੰਚ ਗਿਆ। ਅਤੇ ਉਹਦੀ ਭੈਣ ਦਾ ਇਹ ਵੀ ਇੱਕ ਮਹੱਤਵਪੂਰਨ ਬਿਆਨ ਆ
ਵੀ ਉਹ ਘੰਟਿਆਂ ਵੱਧੀ ਕਾਫੀ ਲੰਮਾ ਸਮਾਂ ਜਦੋਂ ਗੱਲ ਕਰਦੇ ਸਾਨੂੰ ਬਾਹਰੇ ਕੱਢ ਦਿੰਦਾ ਸੀ। ਕੋਈ ਸੰਧੂ ਨਾਮ ਦਾ ਵਿਅਕਤੀ ਸੀ ਜਿਹੜਾ ਉਹਦੇ ਨਾਲ ਗੱਲ ਕਰਦਾ ਸੀ। ਉਸ ਤੋਂ ਬਾਅਦ ਉਹ ਸਾਨੂੰ ਦੱਸਦਾ ਹੁੰਦਾ ਸੀ ਆਪਦੀ ਭੈਣ ਨੂੰ ਵੀ ਮੇਰੀ ਤਹਾਂ ਤੱਕ ਗੱਲ ਹੋ ਗਈ। ਉਹ ਕੌਣ ਲੋਕ ਨੇ, ਕਿਹੜੇ ਤਹਾਂ ਵਾਲੇ ਨੇ, ਕੌਣ ਸੰਧੂ ਆ, ਇਹ ਸਾਰੀ ਜਿਹੜੀ ਸੱਚਾਈ ਹੈ, ਕੌਣ ਭੇਜਣ ਵਾਲਾ ਇੱਥੇ ਉਹਨੂੰ, ਕੌਣ ਕਰਵਾਉਣ ਵਾਲਾ, ਇਹ ਸਾਰੀ ਸੱਚਾਈ ਹੈ ਜਿਹੜੀ ਇਹ ਸਾਹਮਣੇ ਆਉਣੀ ਚਾਹੀਦੀ। ਗੱਲ ਇਹ ਮੋਰਚੇ ਨੂੰ ਕਰਨੀ ਚਾਹੀਦੀ ਸੀ। ਮੋਰਚੇ ਨੇ ਨਿਹੰਗ ਸਿੰਘਾਂ 'ਤੇ ਤਵਾ ਲਾਤਾ ਵੀ ਇਹ ਚਲੇ ਜਾਣ। ਦੇਖੋ ਅਸੀਂ ਸੰਗਤ ਨੂੰ ਫਿਰ ਦੁਬਾਰਾ ਬੇਨਤੀ ਕਰਦੇ ਹਾਂ, ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਨੇ ਇਹ ਸਾਡੀ ਕੋਈ ਉਹਦੇ ਨਾਲ ਜਾਤੀ ਦੁਸ਼ਮਣ ਨਹੀਂ ਸੀ, ਸਾਡਾ ਉਹਦੇ ਨਾਲ ਕੋਈ ਵੈਰ ਨਹੀਂ ਸੀ। ਪਹਿਲੀ ਗੱਲ ਤਾਂ ਉਹ ਅਸੀਂ ਉਹਦੇ ਘਰੇ ਉਹਨੂੰ ਮਾਰਨ ਨਹੀਂ ਗਏ। ਜਿਹੜੇ ਨਿਹੰਗ ਸਿੰਘ ਸੀਗੇ ਉਹ ਚੱਲ ਕੇ ਸਾਡੇ ਕੋਲੇ ਇੱਥੇ ਸਾਡੇ ਖੇਮੇ ਦੇ ਵਿੱਚ ਸਾਡੇ ਉਸੇ ਸਥਾਨ 'ਤੇ ਆਇਆ। ਜੇ ਉਹ ਆਇਆ ਉਹਨੇ ਬੇਅਦਬੀ ਕੀਤੀ ਤਾਂ ਮਾਰਿਆ। ਅੱਜ ਕਈ ਲੋਕ ਕਹਿ ਰਹੇ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ, ਕੰਨ ਖੋਲ੍ਹ ਕੇ ਸੁਣ ਲਏ, ਉਹਦਾ ਬਿਆਨ ਆ ਵੀ ਕਦੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਕਦੇ ਕਾਸੇ ਦੀ। ਮੈਂ ਦੱਸਣਾ ਉਹਨਾਂ ਸੰਗਤਾਂ ਨੂੰ ਹਰੇਕ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਪ੍ਰਕਾਸ਼ ਹੁੰਦਾ, ਪਰ ਨਿਹੰਗ ਸਿੰਘ ਜਿਹੜੀਆਂ ਫੌਜਾਂ ਨੇ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉੱਥੇ ਨਾਲ ਹੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਨੇ, ਨਾਲ ਹੀ ਜਿਹੜਾ ਆਪਣੇ ਸਰਬਲੋ ਗ੍ਰੰਥ ਦਾ ਉਹਦਾ ਪ੍ਰਕਾਸ਼ ਕੀਤਾ ਜਾਂਦਾ। ਉਹ ਜਦੋਂ ਪਾਲਕੀ ਦੇ ਵਿੱਚ ਬੰਦਾ ਵੜਿਆ ਉਹਨੇ ਰੁਮਾਲੇ ਲਾਹੇ, ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਹੋਇਆ, ਰੁਮਾਲੇ ਲਾ ਕੇ ਛਿੱਟੇ, ਉਹਨਾਂ ਵਿੱਚੋਂ ਜਿਹੜਾ ਸਰਬਲੋ ਗ੍ਰੰਥ ਆ ਉਹ ਚੱਕ ਕੇ ਲੈ ਗਿਆ ਸੀਗਾ ਬਾਹਰੇ। ਇਹ ਵੀ ਬੇਹੱਦ ਵੱਡੀ ਬੇਅਦਬੀ ਹੈ। ਉਹ ਵੀ ਗੁਰਬਾਣੀ ਹੈ, ਤੁਸੀਂ ਉਹਨੂੰ ਗੁਰੂ ਨਹੀਂ ਮੰਨਦੇ, ਤੁਸੀਂ ਉਹਨੂੰ ਸਤਿਕਾਰ ਨਹੀਂ ਦਿੰਦੇ। ਤੁਸੀਂ ਨਹੀਂ ਮੰਨਣਾ, ਤੁਹਾਡੀ ਮਰਜ਼ੀ ਹੈ, ਪਰ ਅਸੀਂ ਮੰਨਦੇ ਹਾਂ। ਉਹ ਗੁਰੂ ਸਾਹਿਬ ਦੀ ਬਾਣੀ ਹੈ, ਦਸਵਾਂ ਗ੍ਰੰਥ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ। ਜੇ ਤੁਸੀਂ ਨਹੀਂ ਮੰਨਦੇ, ਅਸੀਂ ਮੰਨਦੇ ਹਾਂ, ਅਸੀਂ ਉਹ ਤੋਂ ਮੁਨਕਰ ਨਹੀਂ ਹੋ ਸਕਦੇ। ਇਸ ਕਰਕੇ ਬੇਅਦਬੀ ਕਿਸੇ ਚੀਜ਼ ਦੀ ਵੀ ਉਹਨੇ ਕਰੀ ਹੈ ਤਾਂ ਬੇਅਦਬੀ ਨਾ। ਗੁਰੂ ਸਾਹਿਬ ਦਾ ਉਹ ਲੈ ਕੇ ਗਿਆ ਸਰੂਪ ਉੱਥੇ ਸਰਬਲੋ ਗ੍ਰੰਥ ਦਾ, ਤਾਂ ਹੀ ਸਿੰਘਾਂ ਨੇ ਤੈਸ਼ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਉਹਦਾ ਇਹ ਹਾਲ ਕੀਤਾ। ਜੇ ਨਾ ਲੈ ਕੇ ਜਾਂਦਾ ਕਾਹਨੂੰ ਕਰਦੇ, ਕਦੇ ਕੁਛ ਕਹਿੰਦੇ ਨੇ। ਇਹੋ ਜਿਹੜੇ ਲੋਕ ਨੇ ਇਹ ਸਾਨੂੰ ਹੀ ਭੰਡਣ ਲੱਗੇ ਹੋਏ ਨੇ। ਜਾਂ ਸਾਡੇ ਨਾਲ ਬਹਿ ਕੇ, ਮੈਂ ਕਹਿਣਾ ਜਿਹੜਾ ਕੋਈ ਚਰਚਾ ਜਿੱਥੇ ਮਰਜ਼ੀ ਬਹਿ ਕੇ ਲਾਈਵ ਕਰ ਲਓ, ਕੋਈ ਅਸੀਂ ਉਹਦਾ ਸਵਾਲ ਦਾ ਜਵਾਬ ਦੇਵਾਂਗੇ। ਐਵੇਂ ਟੈਲੀਫੋਨਾਂ ਦੇ ਉੱਤੇ ਕਮੈਂਟਾਂ ਦੇ ਵਿੱਚ ਭਕਾਈ ਨਾ ਮਾਰੋ, ਇਹ ਗਲਤ ਆ। ਮੇਰਾ ਨੰਬਰ ਨੋਟ ਕਰ ਲਓ, ਪਹਿਲਾਂ ਵੀ ਲਿਖਾਇਆ 9815 64704। ਬਾਬਾ ਜੀ ਹੁਣੀ ਆਪਦਾ ਨੰਬਰ ਦੱਸਣਗੇ, ਜਿੱਥੇ ਮਰਜ਼ੀ ਸਾਨੂੰ ਯਾਦ ਕਰ ਲਿਓ, ਜਿੱਥੇ ਮਰਜ਼ੀ ਸਾਨੂੰ ਬਹਿ ਕੇ ਡਿਬੇਟ ਕਰ ਲਓ। ਅਸੀਂ ਹਰੇਕ ਗੱਲ ਦਾ ਜਵਾਬ ਦੇਣ ਨੂੰ ਤਿਆਰ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁਪਰੀਮ ਕੋਰਟ ਨੇ ਜੀਵਤ ਗੁਰੂ ਦਾ ਦਰਜਾ ਦਿੱਤਾ ਹੈ, ਅਤੇ ਸੁਪਰੀਮ ਕੋਰਟ ਦਾ ਇਹ ਵੀ ਆਰਡਰ ਹੈ, ਇਹ ਵੀ ਬਿਆਨ ਦਿੱਤਾ ਸੁਪਰੀਮ ਕੋਰਟ ਨੇ, ਜੇ ਕਿਸੇ ਪਰਿਵਾਰ ਦੇ ਉੱਤੇ ਕੋਈ ਦੁਵਿਧਾ ਆਣ ਪੈਂਦੀ ਆ, ਉਹਨੂੰ ਮਾਰਨ ਪੈਂਦਾ ਵਾ, ਤਾਂ ਫਿਰ ਜਿਹੜਾ ਘਰ ਦਾ ਮੁਖੀ ਆ, ਜ਼ਿੰਮੇਦਾਰ ਵਿਅਕਤੀ ਆ, ਉਹ ਜਿਹੜਾ ਕਾਨੂੰਨ ਆਪਦੇ ਹੱਥ ਦੇ ਵਿੱਚ ਲੈ ਸਕਦਾ, ਆਪਦੀ ਹਿਫਾਜ਼ਤ, ਆਪਦੇ ਪਰਿਵਾਰ ਦੀ ਹਿਫਾਜ਼ਤ ਕਰ ਸਕਦਾ। ਇਸ ਕਰਕੇ ਇਹ ਤਾਂ ਸਾਰੇ ਫੈਸਲੇ ਤੁਰੰਤ ਲੈਣੇ ਪਏ, ਨਹੀਂ ਤਾਂ ਸਾਨੂੰ ਕੀ ਲੋੜ ਸੀ ਇੱਥੇ ਬੈਠੇ ਹਾਂ। ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਦਾ, ਇਹੋ ਜਿਹੀਆਂ ਘਿਨਾਉਣੀਆਂ ਕਰਤੂਤਾਂ ਕਰਦਾ, ਫਿਰ ਤਾਂ ਉਹਦੇ ਜਿਹੜੇ ਨਿਹੰਗ ਸਿੰਘ ਨੇ ਫਿਰ ਕਹਿੰਦੇ ਨੇ ਵੀ ਉਹ ਕਮਲਾ ਸੀ। ਜਿੰਨੇ ਵੀ ਬੇਅਦਬੀਆਂ ਵਾਲੇ ਹੁਣ ਤੱਕ ਫੜੇ ਨੇ, ਕਿੰਨੀਆਂ ਬੇਅਦਬੀਆਂ 5-7 ਸਾਲਾਂ ਦੇ, ਸਭ ਨੂੰ ਉਹਨਾਂ ਨੇ, ਗੌਰਮੈਂਟ ਨੇ, ਅਦਾਲਤਾਂ ਨੇ, ਪੁਲਿਸ ਨੇ ਉਹਨਾਂ 'ਤੇ ਮੈਂਟਲ ਦੇ ਟੈਗ ਲਾਤੇ ਆ। ਅਤੇ ਅੱਜ ਦੇ ਸਿੰਘਾਂ ਨੇ ਸੋਧ ਤਾਂ, ਫਿਰ ਜੇ ਮੈਂਟਲਾਂ ਨੇ ਮੈਂਟਲ ਸੋਧ ਤਾਂ ਫਿਰ ਹੁਣ ਹੋ ਕੀ ਗਿਆ? ਫਿਰ ਸਿੰਘ ਭੱਜੇ ਨਹੀਂ, ਇਹ ਮੁੱਕਰੇ ਨਹੀਂ ਹੈਗੇ ਵੀ ਡਰ ਕੇ ਭੱਜ ਗਏ। ਉਹਨਾਂ ਨੇ ਗ੍ਰਿਫਤਾਰੀਆਂ ਹਾਸਿਆਂ ਨੇ ਦਿੱਤੀਆਂ ਵੀ ਜੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਆ ਤਾਂ ਅਸੀਂ ਗ੍ਰਿਫਤਾਰੀਆਂ ਦਿੰਦੇ ਹਾਂ। ਅਸੀਂ ਕੋਈ ਗੁਨਾਹ ਨਹੀਂ ਕੀਤਾ, ਅਸੀਂ ਜੋ ਕੁਛ ਕੀਤਾ ਆਪਦੀ ਸਮਝ ਦੇ ਨਾਲ ਠੀਕ ਕੀਤਾ, ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕਰਤਾ। ਪਰ ਹੁਣ ਜਿਹੜੇ ਲੋਕ ਨੇ ਇਸ ਮੁੱਦੇ ਨੂੰ ਬਵਾਲ ਬਣਾ ਰਹੇ ਨੇ ਦਲਿਤਾਂ ਦਾ, ਉਹਨੂੰ ਸਮੇਟਣਾ ਚਾਹੀਦਾ। ਜਦੋਂ ਮਾਰੀ ਸਾਡੇ ਨਾਲ ਗੱਲਬਾਤ ਕਰੇ, ਹੁਣ ਵੀ ਸਾਡੇ ਨਾਲ ਗੱਲਾਂ ਹੋਈਆਂ ਨੇ। ਇਹ ਮੇਰੀਆਂ ਬੇਨਤੀਆਂ ਨੇ, ਇਹ ਸੰਗਤ ਮਨਜ਼ੂਰ ਕਰੇ ਵੀ 27 ਤਰੀਕ ਨੂੰ ਦੁਬਾਰਾ ਫਿਰ ਇੱਕ ਵਾਰੀ ਮੈਂ ਦੱਸ ਦਿੰਦਾ, ਇੱਕ ਪੰਥਕ ਇਕੱਠ ਇੱਥੇ ਰੱਖਿਆ ਗਿਆ, ਜਿਹਦੇ ਵਿੱਚ ਪੰਥਕ 13 ਕਿਸਾਨ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਹੋਰ ਜਿਹੜੀਆਂ ਜਥੇਬੰਦੀਆਂ ਨੇ ਦੇਸ਼ ਵਿਦੇਸ਼ ਦੀਆਂ, ਉਹ ਵੀ ਸਾਨੂੰ 27 ਤਰੀਕ ਤੱਕ ਈਮੇਲ ਰਾਹੀਂ, ਵਟਸਐਪ ਰਾਹੀਂ ਆਪੋ ਆਪਣੇ ਜਿਹੜੀ ਹੈਗੀ ਉਹ ਰਾਏ ਦੇਣ। ਅਤੇ ਪੰਥਕ ਧਿਰਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਕਾਰ ਸੇਵਾ ਵਾਲੇ ਮਹਾਂਪੁਰਖ ਨੇ, ਸੰਤ ਸਮਾਜ ਆ, ਉਹ 27 ਤਰੀਕ ਨੂੰ ਸਮਾਂ ਅਸੀਂ ਰੱਖਿਆ 2 ਵਜੇ ਦਾ। 2 ਵਜੇ 27 ਤਰੀਕ ਨੂੰ ਮੀਟਿੰਗ ਹੋਊਗੀ। ਉਹ ਸਾਰੇ ਇੱਥੇ ਪਹੁੰਚ ਕੇ ਆਪਾਂ ਮੀਟਿੰਗ ਦੇ ਵਿੱਚ ਭਾਗ ਲਵਾਂਗੇ। ਇੱਕ ਤਾਂ ਨਿਹੰਗ ਸਿੰਘਾਂ ਦੇ ਇੱਥੋਂ ਜਾਣ ਬਾਰੇ ਜਾਂ ਰਹਿਣ ਬਾਰੇ ਇਹ ਮੁੱਦਾ, ਦੂਸਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਜਿਹੜਾ ਬੇਅਦਬੀ ਹੋਈ ਆ ਉਹਦੇ ਉੱਤੇ ਵੀ ਚਰਚਾ ਹੋਊਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਹੁਣ ਬਾਬਾ ਜੀ ਆਪ ਜੀ ਨਾਲ ਗੱਲਬਾਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਭਰਾ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ 'ਚ ਪੰਜਾਬ ਹਰਿਆਣਾ ਪੂਰੇ ਭਾਰਤ 'ਚ ਤੁਹਾਨੂੰ ਸਾਰਿਆਂ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 2 ਦਿਨ ਪਹਿਲੋਂ ਸਿੰਘੂ ਬਾਰਡਰ ਤੇ ਹੋਈ, ਇਹ ਬੇਅਦਬੀ ਦਾ ਮੁੱਦਾ ਪਰਸੋਂ ਦਾ ਨਹੀਂਗਾ, ਇਹ ਸਨ 15 ਦਾ ਚੱਲਦਾ ਆ ਰਿਹਾ। ਜਿੱਥੇ ਵੀ ਬੇਅਦਬੀ ਹੁੰਦੀ ਆ ਉੱਥੇ ਸਰਕਾਰ ਇੱਕੋ ਟੈਕ ਲਾ ਦਿੰਦੀ ਏ ਵੀ ਇਹ ਬੰਦਾ ਪਾਗਲ ਸੀਗਾ, ਇਹ ਬੰਦਾ ਬੇਵਕੂਫ ਸੀਗਾ ਜੀ, ਇਹਨੇ ਬੇਅਦਬੀ ਕੀਤੀ। ਹੁਣ ਜੋਲਾ ਪਿੰਡ 'ਚ ਇੱਕ ਬੀਬੀ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ, ਉਹਨੂੰ ਵੀ ਕਹਿਤਾ ਪਾਗਲ ਏ। ਅੱਜ ਤੋਂ 20 ਦਿਨ ਪਹਿਲਾਂ ਆਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਤੇ ਤਖਤ ਦੇ ਉੱਤੇ ਇੱਕ ਬੇਅਦਬੀ ਕੀਤੀ ਗਈ, ਤਖਤ ਤੇ ਉਹ ਵੀ ਕਹਿਤਾ ਵੀ ਇਹ ਪਾਗਲ ਏ ਬੰਦਾ। ਵੀ ਸਨ 15 ਤੋਂ ਬੇਅਦਬੀ ਆਉਂਦੀ ਆ ਰਹੀ ਹੈ, ਘੱਟੋ ਘੱਟ ਵੀ 50 ਬੇਅਦਬੀਆਂ ਹੋ ਚੁੱਕੀਆਂ ਨੇ। ਤੇ ਜੇ 50 ਬੇਅਦਬੀਆਂ ਦਾ ਹੱਲ ਨਹੀਂ ਕੋਈ ਨਿਕਲਿਆ, ਤੇ ਜੇ ਅੱਜ ਨਿਹੰਗ ਸਿੰਘਾਂ ਨੇ ਸਿੰਘੂ ਬਾਰਡਰ ਤੇ ਬੇਅਦਬੀ ਕਰਦਾ ਬੰਦਾ ਫੜ ਕੇ ਸਿੰਘਾਂ ਨੇ ਸੋਧ ਦਿੱਤਾ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਆਪ ਲਈ ਵੀ ਅਸੀਂ ਸੋਧਿਆ, ਉਹ ਸਿੰਘ ਪੇਸ਼ ਵੀ ਹੋ ਚੁੱਕੇ ਨੇ। ਇਸ ਕਰਕੇ ਜਿਹੜਾ ਸਾਡਾ ਸੰਤ ਸਮਾਜ ਹੈ, ਸਾਡੀ ਕੌਮ ਦੇ ਬੜੇ ਵੱਡੇ ਪੰਜਾਬ 'ਚ ਸਾਡੇ ਠੇਕੇਦਾਰ ਵੀ ਹੈ ਜਥੇਬੰਦੀਆਂ ਦੇ, ਹਜੇ ਤੱਕ ਸਾਡੇ ਪੰਜਾਬ ਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦਾ ਵੀ ਕੋਈ ਹਜੇ ਬਿਆਨ ਨਹੀਂ ਆਇਆ ਇਸ ਆਧਾਰ ਤੇ। ਸਭ ਤੋਂ ਪੰਥ ਦੀ ਸਰਮੋਰ ਜਥੇਬੰਦੀ ਸ਼੍ਰੋਮਣੀ ਕਮੇਟੀ, ਦੇਖੋ ਅੱਜ ਸਾਡੇ ਸਾਹਮਣੇ ਪੰਥਕ ਦੇ ਜਿਹੜੇ ਸਾਡੇ ਠੇਕੇਦਾਰ ਨੇ, ਸਿਸਟਮ ਦੇਖੋ ਸਾਡਾ ਕਿੱਥੇ ਜਾ ਰਿਹਾ। ਅੱਜ ਇੱਕ ਵੀ ਬਿਆਨ ਨਹੀਂ ਆਇਆ, ਨਾ ਕੋਈ ਨਿਹੰਗ ਸਿੰਘ ਜਥੇਬੰਦੀਆਂ ਦਾ ਬੋਲ ਰਹੀ ਹੈ, ਨਾ ਸੰਤ ਸਮਾਜ। ਜਿਹੜੀ ਇੱਕ ਟਕਸਾਲ ਸੀ ਉਹਨੂੰ ਯੋਧਿਆਂ ਦੀ ਖਾਨ ਕਿਹਾ ਜਾਂਦਾ ਸੀ ਟਕਸਾਲ ਨੂੰ, ਅੱਜ ਦੇਖੋ ਉਹਨਾਂ ਦੀ ਚੁੱਪ ਦਾ ਕਾਰਨ ਦੇਖੋ ਤੁਸੀਂ ਉਹਨਾਂ ਦਾ। ਸਾਡੇ ਨਿਹੰਗ ਸਿੰਘ ਜਿਹੜੇ ਵੱਡੀਆਂ ਜਥੇਬੰਦੀਆਂ ਦਾ ਕਾਰਨ ਚੁੱਪ ਦਾ ਦੇਖੋ। ਅੱਜ 3 ਦਿਨ ਹੋ ਚੁੱਕੇ ਨੇ ਬੇਅਦਬੀ ਨੂੰ, ਅੱਜ ਤੱਕ ਕੋਈ ਬੋਲ ਨਹੀਂ ਰਿਹਾ। ਤੇ ਜੇ ਦੇਖੋ ਤੁਸੀਂ ਕਿਸੇ ਤਖਤ ਤੇ ਇਹ ਪੰਥਕ ਧਾਰਮਿਕ ਜਥੇਬੰਦੀਆਂ ਸੱਦਿਆ ਜਾਣ ਸਰੋਪੇ ਲੈਣ ਲਈ, ਸਨਮਾਨ ਲੈਣ ਲਈ, ਸਭ ਤੋਂ ਅੱਗੇ ਹੋ ਕੇ ਖੜੇ ਹੋ ਜਾਂਦੇ ਵੀ ਸਾਡੇ ਵਰਗਾ ਪੰਥ ਦਾ ਕੋਈ ਠੇਕੇਦਾਰ ਨਹੀਂ ਏਡਾ ਵੱਡਾ, ਅਸੀਂ ਪੰਥ ਦੇ ਮਾਲਕ ਹਾਂ। ਤੇ ਅੱਜ ਜੇ ਪੰਥ ਦੇ ਗੱਲ ਚੱਲਦੀ ਪਈ, ਅੱਜ ਸਿੰਘਾਂ ਨੇ ਬੇਅਦਬੀ ਕਰਨ ਵਾਲਾ ਸੋਧ ਦਿੱਤਾ ਹੈ, ਤੇ ਅੱਜ ਕਿਸੇ ਦੀ ਜ਼ੁਬਾਨ ਨਹੀਂ ਖੋਲਦੀ। ਦੇਖੋ ਇਹ ਕਿੱਥੇ ਇੱਕ ਕੁੜੀ ਐਕਟਰ ਹੈ ਸੋਨੀਆ ਮਾਨ, ਇੱਕ ਕੁੜੀ ਹੋ ਕੇ ਉਹਦਾ ਕਿੱਡਾ ਵਧੀਆ ਬਿਆਨ ਆਇਆ ਵੀ ਮੈਂ ਨਿਹੰਗ ਸਿੰਘਾਂ ਦੇ ਨਾਲ ਖੜੀ ਹਾਂ, ਸਾਡੇ ਗੁਰੂ ਦੀ ਬੇਅਦਬੀ ਹੋਈ, ਵੀ ਜੇ ਮੈਂ ਹੁੰਦੀ ਤੇ ਮੈਂ ਵੀ ਸੋਧਦੀ, ਕੁਛ ਨਾ ਕੁਛ ਕਰਦੀ ਜਿੰਨਾ ਹੁੰਦਾ। ਨਿਹੰਗ ਸਿੰਘ ਸ਼ਸਤਰਧਾਰੀ ਆ, ਉਹਨਾਂ ਨੇ ਆਪਣੇ ਗੁਰੂ ਦੀ ਬੇਅਦਬੀ ਨਹੀਂ ਚੱਲੀ, ਉਹਨਾਂ ਨੇ ਉਹਨੂੰ ਸੋਧ ਦਿੱਤਾ। ਕਿਉਂਕਿ ਜੇ ਕੋਈ ਆਪਣੇ ਪਿਓ ਦੀ ਪੱਗ ਲਾਉਂਦਾ ਹੈ, ਇੱਕ ਵਾਰੀ ਨਹੀਂ, ਸਨ 15 ਤੋਂ ਹੁੰਦਾ ਆ ਰਿਹਾ। ਇਸ ਕਰਕੇ ਜਿੰਨੀਆਂ ਪੰਥਕ ਜਥੇਬੰਦੀਆਂ ਚੁੱਪ ਨੇ, ਉਹਨਾਂ ਨੂੰ ਆਪਣੀ ਚੁੱਪ ਤੋੜਨੀ ਚਾਹੀਦੀ। ਜੇ ਨਹੀਂ ਬੋਲ ਸਕਦੇ, ਜਿਹੜੇ ਉਹਨਾਂ ਦੀਆਂ ਠੇਕੇਦਾਰੀ ਆ, ਉਹਨਾਂ ਤੋਂ ਅਸਤੀਫਾ ਜ਼ਰੂਰ ਦੇਣਾ ਚਾਹੀਦਾ ਉਹਨਾਂ ਨੂੰ। ਸਾਡੀਆਂ ਭਾਵੇਂ ਨਿਹੰਗ ਸਿੰਘ ਜਥੇਬੰਦੀਆਂ ਹੋਣ, ਭਾਵੇਂ ਸੰਤ ਸਮਾਜ ਹੋਵੇ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ। ਬੀਬੀ ਜਗੀਰ ਕੌਰ ਦਾ ਵੀ ਇੱਕ ਵੀ ਬਿਆਨ ਨਹੀਂ ਆਇਆ 3 ਦਿਨ 'ਚ। ਅੱਜ ਇੱਥੇ ਧਾਰਮਿਕ ਇਕੱਠ ਕਰ ਲਓ, ਸਭ ਤੋਂ ਪਹਿਲਾਂ ਉਹਨਾਂ ਨੇ ਸਰੋਪਾ ਲੈਣ ਲਈ ਪਹੁੰਚਣਾ ਸਾਡੀ ਜਥੇਬੰਦੀਆਂ ਨੇ। ਇਸ ਕਰਕੇ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਇਹੀ ਕਹਿੰਦੇ ਹਾਂ, ਜਿੰਨੇ ਪੰਜਾਬ ਦੇ ਲੋਕ ਨੇ, ਹਰਿਆਣੇ ਦੇ ਲੋਕ ਨੇ, ਸਾਰੇ ਧਰਮਾਂ ਦਾ ਪੰਥ ਖਾਲਸਾ ਸਾਂਝਾ ਹੈ। ਗੁਰੂ ਗ੍ਰੰਥ ਸਾਹਿਬ ਦੇਖੋ, ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ, ਭਾਵੇਂ ਕੁਰਾਨ ਹੋਵੇ, ਭਾਵੇਂ ਹਿੰਦੂ ਧਰਮ ਹੋਵੇ, ਭਾਵੇਂ ਮੁਸਲਮਾਨ ਭਾਈਚਾਰਾ ਹੋਵੇ, ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਲੇਕਿਨ ਬੇਅਦਬੀ ਨਹੀਂ ਕੋਈ ਵੀ ਜਰ ਸਕਦਾ ਕਿਸੇ ਧਰਮ ਦੀ। ਜੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਸਿੰਘਾਂ ਨੇ ਸੋਧ ਤਾਂ ਅਸੀਂ ਸਿੰਘ ਦੇਖੋ ਕੋਈ ਭੱਜਿਆ ਨੇ ਉੱਥੇ ਪੇਸ਼ ਕਰਾਤੇ ਵੀ ਸਾਨੂੰ ਕਿਸੇ ਨੂੰ ਕੋਈ ਦੁੱਖ ਨਹੀਂ ਹੈਗਾ, ਵੀ ਜੋ ਹੋਇਆ ਬਿਲਕੁਲ ਠੀਕ ਹੋਇਆ। ਬਾਕੀ ਆ ਬਾਬਾ ਜੀ ਨੇ ਢੰਡਰੀਆਂ ਵਾਲੇ ਸੰਤ ਬਾਰੇ ਗੱਲ ਕਹੀ ਆ, ਉਹ ਕਹਿੰਦਾ ਵੀ ਦੱਸੋ ਵੀ ਸਬੂਤ ਦਿਓ ਕੋਈ, ਵੀ ਮੈਂ ਸਨ 15 'ਚ ਮੈਂ ਬੜੀਆਂ ਡਾਂਗਾ ਖਾਧੀਆਂ, ਕਹਿੰਦਾ ਉੱਥੇ ਮੇਰੀਆਂ ਗੱਡੀਆਂ ਭੰਨੀਆਂ ਗਈਆਂ। ਅੱਜ ਤੱਕ ਨਾ ਤਾਂ ਕੋਈ ਉਹਦੀਆਂ ਗੱਡੀਆਂ ਦਾ ਹੀ ਸਬੂਤ ਹੈ ਟੁੱਟੀਆਂ ਦਾ, ਨਾ ਕੋਈ ਉਹਦੀਆਂ ਡਾਂਗਾ ਦਾ ਹੀ ਸਬੂਤ ਹੈ। ਵੀ ਜੇ ਤੂੰ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਸਰਬਲੋ ਗ੍ਰੰਥ ਦਸਮ ਗ੍ਰੰਥ ਦੀ ਬੇਅਦਬੀ ਹੋਈ ਆ, ਦੂਜਾ ਗ੍ਰੰਥ ਵੀ ਪ੍ਰਕਾਸ਼ ਨਾਲ ਹੀ ਹੁੰਦਾ ਹੈ। ਤੇ ਜੇ ਤੂੰ ਐਡਾ ਵੱਡਾ ਸੰਤ ਹੈ, ਜਦੋਂ ਅੰਮ੍ਰਿਤ ਛਕਾਉਣ ਲੱਗਿਆ ਦਸਮ ਗ੍ਰੰਥ ਦੀਆਂ 3 ਬਾਣੀਆਂ ਕੱਢ ਕੇ ਅੰਮ੍ਰਿਤ ਛਕਾ, ਫਿਰ ਤੈਨੂੰ ਪਤਾ ਲੱਗੇ ਵੀ 10ਵੇਂ ਪਾਤਸ਼ਾਹ ਦੀ ਕਿੰਨੀ ਵੈਲਿਊ ਸੀਗੀ। 10ਵੇਂ ਪਾਤਸ਼ਾਹ ਕੀ ਚੀਜ਼ ਸੀ? 3 ਬਾਣੀਆਂ ਅੰਮ੍ਰਿਤ ਛਕਾਉਣ ਲੱਗਿਆ 10ਵੇਂ ਪਾਤਸ਼ਾਹ ਦੀਆਂ ਪੈਂਦੀ ਹੈ, ਫਿਰ ਅੰਮ੍ਰਿਤ ਪ੍ਰਚਾਰ ਹੁੰਦਾ ਹੈ। ਤੇ ਤੂੰ ਕਹਿੰਦਾ ਵੀ 10ਵੇਂ ਪਾਤਸ਼ਾਹ ਦੀ ਬਾਣੀ ਨੂੰ ਵੀ ਉਹ ਗੁਰੂ ਗ੍ਰੰਥ ਸਾਹਿਬ ਨਹੀਂ ਹੈਗਾ। ਜਦ ਤੂੰ ਗੁਰੂ ਗੋਬਿੰਦ ਸਿੰਘ ਦਾ ਕਿਹਾ ਵੀ ਅੰਮ੍ਰਿਤ ਹੀ ਨਹੀਂ ਛਕਿਆ, ਤੇ ਕਿਸੇ ਭਨਿਆਰ ਵਾਲੇ ਸੰਤ ਦਾ ਕਹਦੇ ਵੀ ਮੈਂ ਉਹਦਾ ਅੰਮ੍ਰਿਤ ਛਕਿਆ ਜਦੋਂ ਉਹਦਾ ਚੇਲਾ। ਤੇ ਇਸ ਕਾਸੀ ਅਸੀਂ ਸਾਰੀ ਸਾਧ ਸੰਗਤ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਜਿਵੇਂ ਬਾਬਾ ਜੀ ਨੇ ਕਿਹਾ, ਸਾਡਾ ਨੰਬਰ ਵੀ ਨੋਟ ਕਰ ਲਓ 98552 21104 98552 21104। ਇਹ ਸਾਨੂੰ WhatsApp ਤੇ ਹਰ ਇੱਕ ਸੰਗਤ ਨੇ ਪੰਜਾਬ ਹਰਿਆਣਾ ਪੂਰਾ ਭਾਰਤ ਦੇਸ਼ਾਂ ਵਿਦੇਸ਼ਾਂ 'ਚੋਂ ਇਹੀ ਮੈਸੇਜ ਕਰਨਾ ਹੈ
ਵੀ ਇਸ ਸੰਘਰਸ਼ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੀ ਤੁਹਾਨੂੰ ਲੋੜ ਹੈਗੀ ਹੈ ਤਾਂ ਵੀ ਬਿਲਕੁਲ ਠੀਕ ਆ। ਜੇ ਸਾਡੇ ਭਰਾ, ਸਾਡੇ ਵੀਰ, ਸਾਡੇ ਕਿਸਾਨ ਕਹਿਣਗੇ ਵੀ ਨਿਹੰਗ ਸਿੰਘ ਜਥੇਬੰਦੀਆਂ ਪੰਜਾਬ ਨੂੰ ਜਾ ਸਕਦੀ ਹੈ, ਅਸੀਂ ਤਾਂ ਖੁਸ਼ੀ ਫਤਿਹ ਬੁਲਾ ਕੇ ਹੀ ਚਾਲਾਂ ਮਾਰਾਂਗੇ ਸਾਰੇ ਜਥੇਬੰਦੀਆਂ। ਪਰ ਜਿਹੜਾ ਕਿਸਾਨ ਜਥੇਬੰਦੀਆਂ ਦਾ ਰੋਲ ਹੈ, ਜੇ 26 ਤਰੀਕ ਨੂੰ ਸਾਰੇ ਰਿੰਗ ਰੋਡ ਗਏ, ਉਦੋਂ ਕਹਿੰਦੇ ਸਾਡਾ ਉਹਨਾਂ ਨਾਲ ਕੋਈ ਨਾਤਾ ਨਹੀਂਗਾ, ਨਾਤਾ ਤੋੜ ਕੇ ਗੱਲ ਨਹੀਂ ਚੱਲਦੀ। ਅੱਜ ਜੇ ਨਿਹੰਗ ਸਿੰਘ ਜਥੇਬੰਦੀਆਂ ਨੇ, ਉਹਨਾਂ ਦੇ ਸਿੰਘਾਂ ਨੇ ਜੋ ਕੋਈ ਬੇਅਦਬੀ ਕਰਦਾ ਸੋਧਤਾ ਹੈ, ਅੱਜ ਕਹਿੰਦੇ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਨਾਲ ਨਾਤਾ ਨਹੀਂ। ਜੇ ਉਹਨਾਂ ਨੂੰ ਪੁੱਛਣ ਵਾਲਾ ਵੀ ਨਾਤਾ ਤੁਹਾਡਾ ਹੈ ਕਿਹਦੇ ਨਾਲ, ਇੱਥੇ ਜਿੰਨਾ ਇਕੱਠ ਆ ਸਾਰਾ ਆਪ ਮਹਾਰਾ ਏ, ਇੰਨਾ ਇਕੱਠ ਜਥੇਬੰਦੀਆਂ ਨਾਲ ਕੋਈ ਹੈ ਨਹੀਂ। ਹਰ ਬੰਦਾ ਆਪ ਮਹਾਰਾ, ਹਰ ਬੰਦਾ ਕਾਨੂੰਨ ਰੱਦ ਕਰਾਉਣ ਦੇ ਹੱਕ 'ਚ ਬੈਠਾ ਹੈ। ਇਸ ਕਰਕੇ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵੀ ਹੀ ਬੇਨਤੀ ਕਰਦੇ ਹਾਂ, ਪੰਜਾਬ 'ਚ ਵੀ ਹੀ ਬੇਨਤੀ ਕਰਦੇ ਹਾਂ ਵੀ ਜਿੰਨਾ ਸਾਡਾ ਸੰਤ ਸਮਾਜ, ਦੇਖੋ 4 ਦਿਨ ਤੋਂ ਪੰਥਕ ਜਥੇਬੰਦੀਆਂ ਚੁੱਪ ਹੈ, ਕਿੰਨੀ ਚੁੱਪ ਦਾ ਧਰਨ ਧਾਰਿਆ। ਹੋਰ ਦੇਖੋ ਸਾਡੇ ਕਿੰਨੇ ਭਰਾ ਬੋਲ ਰਹੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਪਰ ਨਹੀਂ, ਸਾਡੇ ਜਿਹੜੀਆਂ ਪੰਥਕ ਜਥੇਬੰਦੀਆਂ ਹੈ ਉਹਨਾਂ ਨੇ ਜ਼ਰੂਰ ਮੂੰਹ ਤੇ ਚੇਪੀਆਂ ਲਾਈਆਂ ਹੋਈਆਂ ਨੇ। ਇਸ ਕਰਕੇ ਸਾਡੇ ਨਿਹੰਗ ਸਿੰਘਾਂ ਨੂੰ ਸਾਨੂੰ ਕੋਈ ਦੁੱਖ ਨਹੀਂ, ਜੇ ਉਹਨੇ ਗਲਤੀ ਕੀਤੀ ਸੋਧਤਾ। ਬਾਕੀ ਦਲਤ ਵਾਲੀ ਜਿਹੜੀ ਗੱਲ ਆ, ਜਿਹੜੀਆਂ ਇੱਥੇ ਜਿਹੜੀਆਂ ਜਾਲੀਆਂ ਬੈਠੀਆਂ ਰੰਗਰੇਟੇ ਜਥੇਬੰਦੀਆਂ ਬੈਠੀ ਹੈ, ਹੋਰ ਵੀ ਸਾਰਾ ਭਾਈਚਾਰਾ ਜਾਤ ਪਾਤ ਨਾ ਖਾਲਸਾ ਪੰਥ ਮੰਨਦਾ ਹੈ, ਨਾ ਖਾਲਸੇ ਪੰਥ 'ਚ ਜਾਤ ਪਾਤ ਹੈ। ਜਿਹੜਾ ਜਾਤ ਪਾਤ ਕਰਦਾ ਹੈ ਜਾਂ ਜਾਤ ਪਾਤ ਸਮਝਦਾ ਹੈ, ਉਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ ਹੋ ਸਕਦਾ, ਉਹ ਅੰਮ੍ਰਿਤਧਾਰੀ ਨਹੀਂ ਹੋ ਸਕਦਾ। ਇਸ ਕਰਕੇ ਜਿਹੜੀ ਬੇਅਦਬੀ ਦਾ ਮਸਲਾ ਹੈ, ਸਾਨੂੰ ਜੇ ਸੰਗਤ ਸਾਰੀ ਪੰਥ ਖਾਲਸਾ, ਸਾਰੀ ਸਾਧ ਸੰਗਤ ਪੰਜਾਬ ਹਰਿਆਣਾ, ਜਿੰਨੇ ਕਿਸਾਨ ਵੀਰ ਕਹਿਣਗੇ ਤੇ ਅਸੀਂ ਬੜੀ ਖੁਸ਼ੀ ਨਾਲ ਇੱਥੋਂ ਚਾਲਾ ਮਾਰ ਕੇ ਘੋੜੇ ਪੰਜਾਬ ਲੈ ਜਾਵਾਂਗੇ। ਤੇ ਜੇ ਸਾਰੀਆਂ ਜਥੇਬੰਦੀਆਂ, ਸਾਰੀ ਸੰਗਤ ਕਹੇਗੀ ਵੀ ਮੋਰਚਾ ਫਤਿਹ ਕਰਕੇ ਜਾਣਾ, ਅਸੀਂ ਫਿਰ ਮੋਰਚਾ ਫਤਿਹ ਕਰਕੇ ਹੀ ਜਾਵਾਂਗੇ। ਇਸ ਕਰਕੇ ਸਾਰੀ ਸਾਧ ਸੰਗਤ ਨੂੰ ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਵੀ 27 ਤਰੀਕ ਨੂੰ ਇੱਥੇ ਜੋ ਬਾਬਾ ਜੀ ਨੇ ਦੱਸਿਆ, ਜਿਹੜਾ ਇਕੱਠ ਰੱਖਿਆ ਗਿਆ ਪੰਥਕ ਜਥੇਬੰਦੀਆਂ ਵੱਲੋਂ ਜਾਂ ਸੰਤ ਸਮਾਜ ਦੇ, ਜਿਨ੍ਹਾਂ ਨੂੰ ਇਹ ਕੌਮ ਦਾ, ਇਹ ਸੰਘਰਸ਼ ਦਾ ਦਰਦ ਹੈ, ਸਾਰੇ ਇੱਥੇ ਇਕੱਠੇ ਹੋਣਗੇ। ਬਾਕੀ ਸਾਡੇ ਵੱਲੋਂ ਬਾਬਾ ਬਲਵਿੰਦਰ ਸਿੰਘ ਜੀ ਇਹ ਵੀ ਤੁਹਾਨੂੰ ਆਪਣੇ ਵਿਚਾਰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਜਥੇਦਾਰ ਸਾਡੇ ਨਾਲ ਇਸ ਵੇਲੇ ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨੇ, ਮੈਂ ਸਾਰਿਆਂ ਨੂੰ ਧੰਨਵਾਦ ਕਹਿੰਦਾ, ਜੀ ਆਇਆਂ ਨੂੰ ਕਹਿੰਦਾ। ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ, ਅਰਬਾਂ ਖਰਬਾਂ ਦਲ, ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਕੇ ਵਾਲੇ, ਤੇ ਜਥੇਦਾਰ ਬਾਬਾ ਨਰਾਇਣ ਸਿੰਘ ਜੀ ਉਹਨਾਂ ਦੇ ਭਾਈ ਸਾਹਿਬ, ਉਹ ਵੀ ਇੱਥੇ ਨੇ, ਤੇ ਬਾਕੀ ਜਥੇਬੰਦੀਆਂ ਬਾਬਾ ਜੀ ਨੇ ਨਾਲ ਲੈ ਹੀ ਦਿੱਤਾ ਵਾ। ਤੇ ਜਿਹੜੀ ਸਭ ਤੋਂ ਵੱਡੀ ਗੱਲ ਆ, ਇਹ ਮੰਗਦੇ ਆ ਵੀ ਉਹ ਸਬੂਤ ਕਿੱਥੇ ਆ, ਵੀ ਜਿਹੜੀ ਬੇਅਦਬੀ ਹੋਈ ਆ ਉਹਦਾ ਸਬੂਤ ਕਿੱਥੇ ਆ। ਤੇ ਮੈਨੂੰ ਇਹ ਜਵਾਬ ਦੇਣਾ, ਇਹ ਦਿਓ ਵੀ ਜਿੰਨੇ ਪਹਿਲਾਂ ਸਬੂਤ ਦਿੱਤੇ ਆ ਤੁਹਾਨੂੰ 15 ਦੇ ਵਿੱਚ ਭਨਿਆਰੇ ਵਾਲੇ ਨੇ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿਪਸੀਆਂ ਦੇ ਵਿੱਚ ਰੱਖ ਕੇ ਉਹਨਾਂ ਦੇ ਅੰਗ ਗਲੀਆਂ ਦੇ ਵਿੱਚ ਖਿਲਾਰੇ ਗਏ, ਸਬੂਤ ਮਿਲੇ, ਸਜ਼ਾ ਦਿੱਤੀ, ਥੋੜ੍ਹੇ ਦਿਨ ਰਹੇ, ਉਦੋਂ ਬਾਅਦ ਉਹਨੂੰ ਜੈਡ ਸੁਰੱਖਿਆ ਮਿਲੀ ਆ। ਜੈਡ ਸੁਰੱਖਿਆ ਦੇ ਹੁੰਦਿਆਂ ਹੀ ਉਹਦੀ ਮੌਤ ਹੋਈ। ਇਹ ਕਾਨੂੰਨ ਆ ਸਾਡੇ ਮੁਲਕ ਦਾ। ਤੇ ਫਿਰ ਬਰਗਾੜੀ, ਕੋਟਕਪੂਰਾ, ਇਹ ਜਿੰਨੇ ਵੀ ਕਾਂਡ ਹੋਏ ਨੇ ਵਿੱਚ ਸਾਰੇ ਦੇ ਸਬੂਤ ਮਿਲੇ ਨੇ। ਤਰਖਾਣ ਮਾਜਰੇ ਸ੍ਰੀ ਫਤਿਹਗੜ੍ਹ ਸਾਹਿਬ ਹੋਇਆ, ਉੱਥੇ ਸਬੂਤ ਮਿਲਿਆ, ਤੇ ਉਹ ਬੰਦੇ ਨੂੰ ਫੜਿਆ ਗਿਆ। ਉਹ ਥੋੜ੍ਹੇ ਸਮੇਂ ਬਾਅਦ ਉਹ ਕਹਿੰਦੇ ਜੀ ਇੱਥੇ ਟਾਂਡਾ ਲਾਤੀ ਤੇ ਉਹ ਹੋ ਗਿਆ। ਉਹ ਤੁਰਿਆ ਫਿਰਦਾ ਬਿਰੜਵਾਲ ਦਾ ਬੰਦਾ, ਉਹ ਆਪਣੇ ਪਿੰਡ 'ਚੋਂ ਜ਼ਮੀਨ ਵੇਚ ਕੇ ਆਪਣੀ ਉਹ ਕਿਸੇ ਹੋਰ ਪਾਸੇ ਚਲਿਆ ਗਿਆ। ਉਹਦੇ ਪਿੱਛੇ ਕੋਈ ਤਾਕਤ ਹੈ ਤਾਂ ਹੀ ਉਹ ਚਲਿਆ ਗਿਆ ਨਾ, ਤਾਂ ਹੀ ਉਹ ਬਾਹਰ ਤੁਰਿਆ ਫਿਰਦਾ। ਤੇ ਜਿੰਨੇ ਵੀ ਸਬੂਤ ਦਿੱਤੇ ਨੇ ਹਰ ਜਗ੍ਹਾ ਸਬੂਤ ਮਿਲਿਆ। ਆ ਵੱਡੇ ਵੱਡੇ ਢਿੱਡਾਣਿਆਂ ਦਾ ਸਬੂਤ ਮਿਲ ਗਿਆ, ਪੰਥਕ ਜਥੇਬੰਦੀਆਂ ਕਹਾਉਣ ਵਾਲਿਆਂ ਦਾ ਮਿਲ ਗਿਆ, ਕੀ ਕੀਤਾ ਉਹਨਾਂ ਦਾ। ਤੇ ਜਿੰਨੇ ਵੀ ਸਬੂਤ ਮਿਲੇ ਨੇ ਹੁਣ ਤੱਕ ਕਿਸੇ ਦਾ ਕੋਈ ਜਿਹੜੀ ਉਹ ਪ੍ਰੋਪਰ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਉਹ ਸਜ਼ਾ ਨਹੀਂ ਮਿਲੀ। ਤੇ ਦੂਜੀ ਗੱਲ ਇਹ ਆ ਵੀ ਜਿਹੜਾ ਹੁਣ ਕਹਿੰਦੇ ਇਹ ਦਲਤ ਮਾਰ ਦਿੱਤਾ, ਦਲਤ ਮਾਰ ਦਿੱਤਾ, ਇਹ ਵੱਡੀ ਤਗੜੀ ਸਾਜ਼ਿਸ਼ ਆ ਇਹ ਏਜੰਸੀਆਂ ਦੀ ਕਿ ਦਲਤ ਮਾਰ ਦਿੱਤਾ। ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਾਈਬਲ, ਕੁਰਾਨ, ਗੀਤਾ, ਕਿਸੇ ਵੀ ਗ੍ਰੰਥ ਦੇ ਉੱਤੇ ਹੱਥ ਚੱਕਦਾ, ਅਜ਼ਮਤ ਨੂੰ ਹੱਥ ਪਾਉਂਦਾ, ਉਹ ਬੰਦੇ ਦੀ ਕੋਈ ਜਾਤ ਨਹੀਂ ਹੈ। ਤੁਸੀਂ ਮੰਨਦੇ ਹੋ ਗੱਲ? ਉਹਦੀ ਜਾਤ ਹੈ ਕੋਈ? ਉਹਦੀ ਕੋਈ ਜਾਤ ਨਹੀਂ ਹੈ। ਤੇ ਜਦੋਂ ਉਹਦੀ ਜਾਤ, ਐਸੇ ਬੰਦੇ ਦੀ ਜਾਤ ਹੀ ਨਹੀਂ, ਤੇ ਫਿਰ ਇਹ ਗੱਲ ਕਿਉਂ ਖੜੀ ਕੀਤੀ ਜਾਂਦੀ ਆ
क्यों इन्हां नूं चाहीदी है गल कोई, हुण गल कोई निकलदी नहीं। ਸਿੰਘਾਂ ने सौदा लाता, इन्हां नूं इह सी भी ये भज्जणगे, इन्हां दा जलूस कड्डांगे भी ये ते गैर जिम्मेवार बंदे ने, ये ते मार के इन्हां बंदे नूं भी निकल गए, अंदोलन खराब कर दिता। पर इन्हां दी चाल ये चली नहीं। वो खालसे ने सौदा लाया ते मौजूदा जिम्मेवारियां लईआं और उन्हां नूं गिरफ्तार करवाया, सरैंडर कराया, पूरी चढ़दी कला दे विच त्यार बर त्यार हो के। गुरु महाराज तो अरदासां, हुक्मनामे, सारा कुछ होया इस तरह। उन्होंने चढ़दी कला तुसीं सारी प्रैस ने सारे ने वेख्या। ते जिहड़ियां इहो जिहियां गल्लां करनियां ने, ये सारी ये चाल है, इहदे पिछे बड़ी तगड़ी। हुण जिवें बाबा जी ने दस्सिया, वो गल नहीं किसी ने कीती कि भी गुरु ग्रंथ साहिब महाराज की बेअदबी हो गई तो भी वो बस वढ़ दिता, मार दिता, कटता, बाहां वढ़तियां, लत्तां वढ़तियां। वो गुरमुख प्यारे, जदों वो सामने अपना हाथों पालकी साहब के दरवाजे नूं पा के वो एंटर होया, बेअदबी तो उदों ही हो गई। वो भावें वो किसी नहीं भी किसी चीज़ में हथ लाया, उन्हें मूँह दे विच तंबाकू आ उहदे, उन्हें जदों गुरु ग्रंथ साहिब महाराज की पालकी साहब के एंटर हो गया, बेअदबी तो उदों ही हो गई। फिर उस तो बाद की हुंदा, गुरु महाराज दसम प्रकाश के उत्तों जिहड़ा वो रमाला चुक्या जाता, चौर साहब एक पासे सुट्टिया जाता, माचिस दीआं डब्बियां दो पईआं ने, कोई अग नहीं लगी, उन्हें अग लाउणी सी, इत्थे भांबड़ मचाउणे सी, दलत ने जिहनूं दलत कहिंदे, उहने भांबड़ मचाउणा सी, ਉਹਦੇ ਕੋਲੋਂ ਗੱਲ नहीं बनी। फिर ਉਹ ਕੀ ਕੀਤਾ ਉਹਨੇ, एक ਸਰੂਪ महाराज ਸਰਬਲੋ ਦਾ, जिस तरह बाबा जी ने दस्सिया भी 3 प्रकाश आल श्री गुरु ग्रंथ साहिब महाराज, 10वां दरबार, ਸਰਬਲੋ दरबार। उन्हें की किया, वो ਸਰਬਲੋ का जिहड़ा दरबार है ना, गुरु ग्रंथ साहिब महाराज का स्वरूप ही है, जो असीं बराबर प्रकाश करते हैं। ਇਹਦੇ ਵਿੱਚ तो दो गल्लां ही नहीं भी ਸਰਬਲੋ ਜਾਂ 10ਵਾਂ ਜਾਂ वो सारा ही गुरु ग्रंथ साहिब महाराज है, ताईं असीं प्रकाश करते हैं, ताईं उन्हां दी बाणी पढ़ के अमृत संचार हुंदा। वो बंदे ने उस ਸਰੂਪ ਨੂੰ चुक्या, उत्तों चुक के दौड़िया, तो उन्हें आ तुहानूं पता भी जिथे उन्हें रखिया जाके, उस तो बाद वो फड़िया गया। ਸਿੰਘਾਂ ने उन्होंने काबू किया, ਉਹਦੇ ਕੋਲੋਂ तलवार बरामद की, ਉਹਦੇ ਕੋਲੋਂ ग्रंथ ਜਿਹੜਾ ਉਹ बरामद किया गया। ਉਹ ਤੋਂ ਬਾਅਦ ਉਹਨੂੰ ਸੌਦਾ ਲਾਤਾ, ਹੁਣ ਪਿੱਟੀ ਜਾਂਦੇ ਆ। ਹੁਣ ਤੱਕ ਸਾਰਾ ਮੁਲਕ ਇਹ ਕਹਿੰਦਾ ਸੀ, ਜਿਹੜਾ ਹੁਣ ਹਰਪ੍ਰੀਤ ਸਿੰਘ ਜਹੇਦਾਰ ਅਕਾਲ ਤਖਤ ਸਾਹਿਬ ਦੇ ਉਹ ਸਤਿਕਾਰਯੋਗ ਨੇ ਤਖਤ ਦੇ ਵਾਸਤੇ, ਉਹਨਾਂ ਨੇ ਬਿਆਨ ਲਾਇਆ ਸੀ, ਕਹਿੰਦੇ ਇਹੋ ਜਿਹੇ ਬੰਦੇ ਨੂੰ ਸੋਧ ਦੇਣਾ ਚਾਹੀਦਾ। ਹੁਣ ਸੋਧ ਤਾਂ ਹੁਣ ਬਿਆਨ ਕਿਉਂ ਨਹੀਂ ਦਿੰਦਾ, ਹੁਣ ਮੂੰਹ ਇਹ ਜਿਹੜੀ ਜੀਭ ਹੈ ਇਹ ਚੂਰਨ ਚੱਟਣ ਵਾਸਤੇ ਰੱਖੀ ਆ, ਹੁਣ ਕਿਉਂ ਨਹੀਂ ਬੋਲਦੇ, ਹੁਣ ਕਿਉਂ ਨਹੀਂ ਕੋਈ ਬਿਆਨ ਦਿੱਤਾ। ਏਡੇ ਏਡੇ ਢਿਡਾਲੇ ਅਸੀਂ ਪੰਥਕ ਜਥੇਦਾਰ, ਅਸੀਂ ਸਾਡੇ ਪੰਥ ਦੇ ਠੇਕੇਦਾਰ ਹਾਂ, ਸਾਡਾ ਪੰਥ ਹੀ ਸਾਰਾ ਸਾਡੇ ਕਹਿਣ 'ਤੇ ਚੱਲਦਾ, ਉਹ ਕਿੱਥੇ ਨੇ ਹੁਣ। ਇਹ ਵੀ ਸਾਜ਼ਿਸ਼ ਆ ਬੜੀ ਤਗੜੀ, ਇਹ ਸਭ ਇੱਕੋ ਝੰਡੇ ਥੱਲੇ ਨੇ। मैं अंग्रेज नहीं करता कहने तो, जो मर्जी हो जाए, पर जो गुरु ग्रंथ साहिब महाराज की गल आ जाती है बेअदबी की, तो फिर साडियां ताहां निकलदियां ने। सानू पुछ के देखो, जिन्हां दे सामने प्यार होया ते गल्लां कर देनियां उठ के, बड़ियां सौखियां ने प्यारिओ, गल्लां कर देनियां भी हाँ निहंग सिंघां ने सो वढ़ दिता, उहनूं कट दिता, दरिंदगी कीती, ओहदे कुड़ियां सी 3। ये जिहड़े पिटदे ने बाहमणवादी लोग, मैं जात दी नहीं गल करदा, वो अपने आप कह रहे हैं असीं हिंदू तवी लोग है, वो अपने आप कह रहे हैं साडे हिंदू भरा साडे अपने ने, मुसलमान साडे भरा अपने ने। फिर मैनूं ये दसो भी जे हुण धीआं की गल करदे, ओहदियां 3 धीआं सी, कहंदे ओहदियां 3 धीआं सी, ते रावण दा भी 1 ਲੱਖ पूत 1.25 ਲੱਖ नाती, 1 ਲੱਖ पुत ते 1.25 ਲੱਖ ਉਹਦਾ ਪੋਤਰਾ ਸੀ। ਉਹਦਾ आए साल ਉਹਦੀਆਂ नासां ਦੇ पटाके रख के ਉਹਨੂੰ क्यों फूकदे हो आए साल बई, ਉਹਦੇ क्यों पटाके वजाउने जा, ਉਹਦਾ बड़ा तगड़ा परिवार सी। फिर ਇੱਥੇ ਕੋਈ ਜੇ ਉਹਦੀਆਂ 3 ਧੀਆਂ ਨੇ, ਤੇ ਫਿਰ ਉਹਨੂੰ ਲਾਇਸੈਂਸ ਮਿਲ ਗਿਆ ਵੀ ਜਿੱਥੇ ਮਰਜ਼ੀ ਜਾ ਕੇ ਗ੍ਰੰਥਾਂ ਨੂੰ ਚੁੱਕਦਾ ਫਿਰੇ। ਇਹ ਨਹੀਂ ਗੱਲ ਹੁੰਦੀ। ਜਿਹੜਾ ਬੰਦਾ ਇਹੋ ਜਿਹਾ ਕਰਮ ਕਰਦਾ ਉਹ ਦੋਸ਼ੀ ਆ ਉਨਾ ਹੀ, ਭਾਵੇਂ ਉਹ ਪਰਿਵਾਰ ਵਾਲਾ ਭਾਵੇਂ ਉਹ ਉਸ ਤਰ੍ਹਾਂ। ਇਹਦੇ ਵਿੱਚ ਇਹ ਗੱਲ ਨਹੀਂ ਵੀ ਪਰਿਵਾਰ ਵਾਲਾ, ਗੱਲ ਨਹੀਂ ਨਾ ਇਹਨਾਂ ਨੂੰ ਕੋਈ ਲੱਭਦੀ, ਕੋਈ ਗੱਲ ਨਹੀਂ ਲੱਭੀ, ਮਿਲੀ ਨਹੀਂ ਗੱਲ ਵੀ ਹਾਂ ਇਹਨਾਂ ਨੇ ਭੱਜ ਜਾਣਾ, ਇਹਨਾਂ ਦਾ ਜਲੂਸ ਕੱਢਾਂਗੇ ਵੀ ਅੰਦੋਲਨ ਖਰਾਬ ਕਰਕੇ ਚਲੇ ਗਏ। ਪਰ ਸੂਰਮਿਆਂ ਨੇ ਗ੍ਰਿਫਤਾਰੀਆਂ ਦਿੱਤੀਆਂ, ਹੁਣ ਮੂੰਹ ਦੇ ਵਿੱਚ ਘੁੰਗਣੀਆਂ ਪੈ ਗਈਆਂ। ਨਾ ਤਾਂ ਸਾਡੇ ਵਾਲੇ ਬੋਲਦੇ ਨੇ, ਨਾ ਉਹ ਦੂਜੇ ਬੋਲਦੇ ਨੇ, ਸਾਰਿਆਂ ਨੂੰ ਚੁੱਪ ਛਾ ਗਈ। ਇਹ ਚੁੱਪ ਇਸ ਤਰ੍ਹਾਂ ਹੀ ਛਾਉਂਦੀ ਹੁੰਦੀ ਹੈ, ਜਦੋਂ ਖਾਲਸਾ ਆਪਣੇ ਪ੍ਰਚੰਡ ਰੂਪ ਦੇ ਵਿੱਚ ਆਉਂਦਾ ਨਾ, ਫਿਰ ਇਸ ਤਰ੍ਹਾਂ ਹੀ ਹੁੰਦਾ।
ये इस तरह लोग नहीं है, ये सूत्र आउंदे किन्नियां बेअदबियां हो गईयां, कोई गिणती आ? हर एक जगह दित्ती जाती है, सबूत दिते जाते हैं, क्ल्यू दिते जाते हैं, वीडियो दित्तियां जांदियां ने। कौन मानता इत्थे? ये नहीं गल्लां। पर हुण जे खालसे ने अपनी रिवायत अनुसार जो दसम पातशाह महाराज ने दस्सिया, क्यों कार जा महल ते दरगुजस्त, कहते जो सारे हीले कहते खरा खेल हो जाना, फिर यह तलवार के मुठे में हथ पाना जायज दस्या गुरु गोबिंद सिंह महाराज ने। ये कहते जी ये एवें बाणे पा के निहंग सिंह एवें तुरे फिरदे, एवें नहीं तुरे फिरदे। जेकर गुरु गोबिंद सिंह महाराज इस संसार दे विच ना आउंदे, साडे रहबर जिन्हां ने सानूं ये दर्शाया, जिन्हां ने साडे बाणे पाए ने गल दे विच, हालत उदों भी इहो सी जदों गुरु महाराज आए ने ना, उदों भी इहो हालत सी। कोई गीता की बेअदबी हो रही है, किसी पासे कुरान की हो रही है। फिर एक शायर लिखदा, बड़ियां सोहणियां पंक्तियां उन्हें लिखियां ने, वो कहंदा छाए जाती एकता अनेकता बुलाए जाती, होवती कुचीलता कुतेवन कुरान की, पाप ही प्रपक जाते धर्म तसक जाते, वर्ण गर्क जाते, सेहत विधान की, गुरु गोबिंद सिंह पवन पावन सुर है, मूर्त न होती जो पै करुणा निधान की। जे गुरु गोबिंद सिंह महाराज संसार दे विच ना आउंदे, साडी की दशा हुंदी। ते जे अज दसम पातशाह दे बच्चिआं ने, वो जिन्हां ने अपने बाई जी परिवार दे साडे उत्तों दी वार दित्ते, असीं अपना आप नहीं वार सकदे, कल्ला कल्ला नहीं वार सकदे। मामे दे पुत्त भूआ दे पुत्त बाई जी परिवार दे वार के उन्होंने सानूं इह बाणे दित्ते ने। ते अज जे उस गुरु ग्रंथ साहिब दसां पातशाहां दी जागदी जोत है, सारिਆਂ ਦਾ ਸਰੂਪ है गुरु ग्रंथ साहिब महाराज, ਅਸੀਂ ਉਹਨਾਂ ਨੂੰ ਜਿੰਦਾ ਗੁਰੂ ਮੰਨਦੇ ਹਾਂ। इस करके ਜਿਹੜਾ भी चढ़ूगा, ये नहीं गल भी हुण हो गया बस खत्म हो गई, भी हुण गिरफ्तारी देतियां बस। बहुत सूरमा बैठे ने, ये कुंडलिया सतवीर खालसा ये नहीं मरदा इस तरह, बहुत बैठे ने, बड़ी लंबी लाइन है। कल नूं जे कोई करूगा वो अपने आप नूं जिस तरह ये टंगिया होया ना बैरीगेड दे उत्ते, ਉਹਦੀ फोटो अपने अखां दे विच वसा ले, इस तरह होनी है। हुण बख्शिया नहीं जाना किते भुलेखे विच फिरदा होवे कोई भी। और जिन्हां ने यह कराया वो मेरी गल इस वेले सुन रहे ने, जिन्हां ने यह कराया वो मेरी गल इस वेले सुनते ने। उन्हां नूं पता भी असीं कराया, सानूं भी पता, संसार नूं भी पता, तुहानूं भी पता, सारिआं नूं पता ये कराउण वाले कौन ने। ये होर विषय पर आओ गुरमुख प्यारिओ, इन्नियां बेनतियां हुण प्रवान करिओ। भाई गुरु जहेदार बाबा राजा राज सिंह जी, बाबा कुलविंदर सिंह जी, ये गुरमुख जो भी फैसला दिता असीं इन्हां दे फैसले ते पूरने पावांगे, जिवें ये कहणगे असीं उसे तरह ही खड़ांगे, सारा पंथ खड़ूगा। एक बार 27 वाला प्रोग्राम 27 तरीक नूं इहो महीना जिहड़ा चल रहा है 27 अक्तूबर टाइम 2 वजे ऐसे भरत प्लाजे दे विच जथेदारां दी रहनुमाई दे हेठ ये मीटिंग होनी है। सारे पंथ दर्दियां दी, जिन्हां नूं दर्द है पंथ दा, जिन्हां नूं दर्द है ना भी पंथ दा भी ये होना नहीं चाहिए। हाँ सानू कह देना, ये कही जाते हैं सानू इन्हां दी परवाह नहीं, क्योंकि असीं इन्हां दे करके आए नहीं। कि जिन्ना मर्जी जोर लाई जान, जिवें मर्जी स्टेजां चढ़ चढ़ कही जान, ये झंडे ला लो जी, ये कहते धार्मिक स्टेज नहीं। फिर जे धार्मिक स्टेज नहीं फिर सुखमनी साहब रोज क्यों करते हो? सानू इतराज नहीं होना चाहिए, पर कहिंदे क्यों ने फिर गल्लां? अरदास क्यों करते हैं? फिर उत्थे बाइबल गुरु महाराज चे पातशाह किरपा करन जिहड़ा कुरान दी आयतां वो क्यों पढ़ाई जांदियां ने? फिर बई जे नहीं हनुमान चालीसा पढ़ाया जाता, जे फिर नाले ते धर्म नूं लैके लोकां नूं कत्तर कर रहे ने, ते नाले कहंदे धर्म का कोई मुद्दा ही नहीं। ये स्पष्ट करने अपनी गल भी ये गल ये धर्म दे ये किहड़े खाने विच पाउंदे आ गल नूं। ये जिन्ना मर्जी कही जाण, सानू इन्हां दी परवाह कोई नहीं, ते ना असीं इन्हां दे करके आए हाँ। असीं आए हाँ किसान मजलूमां वास्ते, जिन्हां वास्ते सानू सतगुरू ने साजिया, असीं उन्हां वास्ते आए हाँ। ते जिन्ना चिर ओह नहीं कहिंदे, ये बुद्धिजीवी सानू कह देण आके, ये किसान वीर सानू कह देण आके भी भाई तुसीं चले जाओ, असीं उस वेले जिस तरह बाबा जी ने कहा असीं फतेह बुला के इत्थों चाले पा देंगे। हुण प्रोग्राम तुसीं नंबर नोट कर लो 83 600 470, दोबारा फिर नोट कर लो 83 600 पूरा 400 पूरा 70 पिछे। ये नंबर दसदा बाबे ने तुहानूं नंबर दसते, ये नंबर पूरा
ਪੂਰੇ ਵਰਲਡ ਦੇ ਵਿੱਚ ਪਹੁੰਚਾ ਦਿਓ। ਇਹਨਾਂ ਨੰਬਰਾਂ ਦੇ ਉੱਤੇ ਸਾਨੂੰ ਇਹ ਲੋਕ ਕਮੈਂਟ ਕਰਕੇ ਦੱਸਣ, ਸਾਨੂੰ ਇਹ ਸੁਨੇਹਾ ਦੇਣ ਵੀ ਜਿਹੜੇ ਬਾਕੀ ਜਿਹੜੀ ਉਹ ਮੀਟਿੰਗਾਂ ਜਿੱਦਣ ਆ ਕੇ ਉਹ ਸਾਰਾ ਉਹ ਸਾਨੂੰ ਦੱਸ ਦੇਣ, ਅਸੀਂ ਚਾਲੇ ਪਾ ਦਿਆਂਗੇ। ਜਥੇਦਾਰ ਅਮਨ ਸਿੰਘ ਜੀ ਬੁੱਢਾ ਦਲ, ਉਹ ਵੀ ਗੁਰਮੁਖ ਪਿਆਰੇ ਸਾਹਿਬ ਗੈਰ ਹਾਜ਼ਰ ਨੇ, ਪਰ ਉਹ ਹੈ ਇੱਥੇ ਨੇ, ਫੌਜਾਂ ਉਹਨਾਂ ਦੀਆਂ ਆਈਆਂ ਨੇ। ਸਾਰੇ ਜਥੇਦਾਰਾਂ ਨੂੰ ਜੀ ਆਇਆਂ ਨੂੰ ਕਿਹਾ ਜਾਂਦਾ ਹੈ। ਹੁਣ ਬਾਕੀ ਜਿਹੜਾ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਦੱਸ ਦੇਣਗੇ ਬਾਬਾ ਰਾਜਾ ਰਾਜ ਸਿੰਘ ਜੀ। ਇੰਨੀਆਂ ਬੇਨਤੀਆਂ ਕਰੋ, ਪ੍ਰਵਾਨ ਬੁਲਾਓ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਆ ਕੇ ਚੁੱਕਿਆ ਜੀ। ਉਹ ਕਹਿੰਦੇ ਕਿ ਜੋ ਸਿੰਘੂ ਨਗਰ ਤੇ ਘਟਨਾ ਹੋਈ ਆ ਉਹ ਕਾਨੂੰਨ ਦੀ ਰਾਜ ਦੀ ਸਫਲਤਾ ਦੇ ਕਰਕੇ ਹੋਈ ਹੈ, ਵੀ ਜੋ 2015 ਤੋਂ ਲੈ ਕੇ ਜੋ ਬੇਨਤੀਆਂ ਹੋਈਆਂ, ਜੇਕਰ ਉਹਦਾ ਇਨਸਾਫ ਮਿਲਿਆ ਹੁੰਦਾ ਤਾਂ ਇਹ ਘਟਨਾ ਨਹੀਂ ਵਾਪਰਨੀ। ਚਲੋ ਮੈਂ ਦੇਖ ਲਿਆ, ਆ ਗਿਆ, ਹੁਣੀ ਆਇਆ, ਬਹੁਤ ਚਿਰ ਵਧੀਆ ਗੱਲ ਹੈ ਜੀ, ਬੜੀ ਵਧੀਆ ਗੱਲ। ਦੇਖੋ ਜਿਹੜਾ ਸਾਰਿਆਂ ਨੂੰ ਇਹਦੇ ਵਿੱਚ ਹੱਕ ਬੋਲਣਾ ਚਾਹੀਦਾ। ਜਿਸ ਤਰ੍ਹਾਂ ਦੂਸਰੀਆਂ ਜਿਹੜਾ ਇਹ ਕਿਸਾਨੀ ਮੁੱਦਾ ਇਹਨੂੰ ਢਾਹ ਲਾਉਣ ਵਾਸਤੇ ਇਹ ਵੱਡੀ ਸਾਜ਼ਿਸ਼ ਰਚੀ ਗਈ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਬਲੋਧੀ ਗ੍ਰੰਥ ਦੀ ਬੇਅਦਬੀ ਕਰਾਉਣ ਵਾਸਤੇ ਇੱਥੇ ਜਿਹੜੇ ਬੰਦਾ ਭੇਜਿਆ ਗਿਆ ਉਹਦੇ ਮਗਰ ਇੱਕ ਵੱਡਾ ਮਕਸਦ ਹੈ। ਉਹ ਅਸੀਂ ਕਹਿੰਦੇ ਬਾਹਰ ਆਉਣਾ ਚਾਹੀਦਾ। ਜਿਹਨੇ ਭੇਜਿਆ, ਕਿਹਨੇ ਕਰਾਇਆ, ਇਸ ਮੋਰਚੇ ਨੂੰ ਖਤਮ ਕਰਨ ਵਾਸਤੇ, ਤਾਰ ਪੀਡੋ ਕਰਨ ਵਾਸਤੇ ਇਹ ਜਿਹੜੀ ਸਾਜ਼ਿਸ਼ ਵੱਡੇ ਪੱਧਰ ਤੇ ਰਚੀ ਗਈ ਆ। ਪਰ ਮੈਂ ਇੱਕ ਦਾਅਵੇ ਨਾਲ ਇਹ ਵੀ ਗੱਲ ਕਹਿਣਾ ਚਾਹੁੰਦਾ ਤੁਹਾਨੂੰ, ਚਾਹੇ ਲਿਖ ਕੇ ਲੈ ਲਓ ਮੇਥੋਂ, ਬਈ ਇਸ ਦਾ ਬੇਅਦਬੀ ਦਾ ਜਿਹੜਾ ਮੁੱਦਾ ਹੈ, ਜਿਹੜੀ ਸੱਚਾਈ ਹੈ, ਉਹ ਨਹੀਂ ਨਿਕਲਣੀ ਨਾ ਗੌਰਮੈਂਟ ਕੱਢ ਕੇ ਦੇਵੇ। ਹੁਣ ਤੱਕ ਨਹੀਂ ਦਿੱਤੀਆਂ ਸਾਨੂੰ 84 ਤੋਂ ਲੈ ਕੇ ਗੁਰੂ ਸਾਹਿਬ ਵੇਲੇ ਦੀਆਂ ਬਰਗਾੜੀ ਕਾਂਡ ਦੀਆਂ ਹੁਣ ਤੱਕ ਨਹੀਂ ਇਨਸਾਫ ਮਿਲਿਆ। ਅਤੇ ਇਹ ਕਾਂਡ ਦਾ ਤਾਂ ਅਸੀਂ ਨਹੀਂ ਮੰਨਦੇ ਵੀ ਸਰਕਾਰ ਕੱਢ ਕੇ ਦੇ ਦਿਓ, ਪਰ ਅਸੀਂ ਚਾਹੁੰਦੇ ਹਾਂ ਵੀ ਇਸ ਦੀ ਤਹਿਕੀਕਾਤ ਤੱਕ, ਇਹਦੀਆਂ ਜੜ੍ਹਾਂ ਤੱਕ ਜਾਇਆ ਜਾਵੇ। ਕਿਹਨੇ ਭੇਜਿਆ ਉਹ ਬੰਦਾ, ਕਰਾਉਣ ਵਾਲਾ ਕੌਣ ਹੈ, ਕਿਹਦਾ ਹੱਥ ਆ ਇਹਦੇ ਵਿੱਚ। ਸਾਜ਼ਿਸ਼ ਬਹੁਤ ਵੱਡੀ ਆ। ਹੋਰ ਵੀ ਹਜੇ ਤਾਂ ਸਾਜ਼ਿਸ਼ਾਂ ਇਸ ਮੋਰਚੇ ਨੂੰ ਖਤਮ ਕਰਨ ਵਾਸਤੇ ਰਚੀਆਂ ਜਾ ਰਹੀਆਂ ਨੇ। ਸਾਰਿਆਂ ਨੂੰ ਸਾਨੂੰ ਗੌਰ ਕਰਨੀ ਚਾਹੀਦੀ ਆ, ਸਤਰਕ ਰਹਿਣਾ ਚਾਹੀਦਾ। ਕਦੇ ਅੱਗ ਲੱਗ ਗਈ, ਕਦੇ ਕੁਛ ਹੋ ਗਿਆ। ਅਸੀਂ ਪਹਿਲਾਂ ਵੀ ਦੇਖੋ ਨਿਹੰਗ ਸਿੰਘ ਜਥੇਬੰਦੀਆਂ ਜੋ 26 ਜਨਵਰੀ ਤੋਂ ਪਹਿਲਾਂ ਦੀ ਗੱਲ ਆ, ਹੋ ਸਕਦਾ ਤੁਹਾਡੇ ਚੈਨਲ ਦੇ ਵਿੱਚ ਵੀ ਆਈ ਹੋਵੇ, ਪਾਈ ਵੀ ਸੀਗੀ। ਉਸ ਟਾਈਮ ਹੈਗੇ ਸੀ ਉੱਥੇ ਟਾਈਮ, ਉਹਨੂੰ 2 ਅਸੀਂ ਪੁਲਿਸ ਵਾਲੇ ਫੜੇ ਸੀ ਨਸ਼ੇ ਦੀ ਹਾਲਤ ਦੇ ਵਿੱਚ। ਅਤੇ ਜਦੋਂ ਉਹਨਾਂ ਨੂੰ ਪੁੱਛਿਆ ਤੁਸੀਂ, ਉਹ ਕਹਿੰਦੇ ਵੀ ਸਾਨੂੰ ਸਰਕਾਰ ਨੇ ਭੇਜਿਆ। ਦਿੱਲੀ ਪੁਲਿਸ ਦੇ ਬੰਦੇ ਸੀ, ਉਹਨਾਂ ਦਾ ਨਾਂ ਵੀ ਦੱਸਿਆ ਸੀ ਉਸ ਟਾਈਮ ਮੈਂ, ਉਹਨਾਂ ਨੇ ਨੰਬਰ ਪਲੇਟਾਂ ਬਕਾਇਦਾ ਲੱਗੀਆਂ ਹੋਈਆਂ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ 26 ਜਨਵਰੀ ਨੂੰ ਕਿਸਾਨਾਂ ਉੱਤੇ ਗੋਲਾਬਾਰੀ ਵੀ ਕਰਾਂਗੇ, ਅਸੀਂ ਲਾਠੀਚਾਰਜ ਵੀ ਕਰਾਂਗੇ, ਜਿਹੜਾ ਕੁਛ ਹੋਇਆ ਅਸੀਂ ਹਮਲਾ ਕਰਾਂਗੇ। ਅਸੀਂ ਉਹਨਾਂ ਨੂੰ ਫੜ ਕੇ, ਕਿਸਾਨ ਜਿਹੜੇ ਜਥੇਬੰਦੀਆਂ ਦੇ ਉਸ ਟਾਈਮ ਵਲੰਟੀਅਰ ਸੀ, ਉਦੋਂ ਬਹੁਤ ਇਕੱਠ ਹੁੰਦਾ ਸੀ, ਉਹ ਫੜਾਏ। ਦੱਸਿਆ ਇਹਨਾਂ ਨੂੰ, ਇਹਨਾਂ ਨੇ ਪਤਾ ਨਹੀਂ ਕਹਾਂ ਪੁਲਿਸ ਨੂੰ ਫੜਾਏ ਜਾਂ ਕੀ ਕਰਿਆ, ਇਹ ਇਹਨਾਂ ਨੂੰ ਪਤਾ। ਪਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਕਹੀਆਂ ਹੋਈਆਂ ਸੀਗੀਆਂ ਉਹ 26 ਜਨਵਰੀ ਨੂੰ ਪੂਰੀਆਂ ਹੋਈਆਂ। ਸਰਕਾਰ ਨੇ ਸਾਡੇ ਬੰਦਿਆਂ ਉੱਤੇ ਅਟੈਕ ਕੀਤਾ, ਤੁਸੀਂ ਦੇਖਿਆ ਹੀ ਆ। ਭਾਈ ਨਵਰੀਤ ਸਿੰਘ ਦੀ ਗੋਲੀ ਲੱਗ ਕੇ ਉਸ ਵੇਲੇ ਇਹਨਾਂ ਨੇ ਹੱਤਿਆ ਕੀਤੀ, ਉਹਨੂੰ ਸ਼ਹੀਦ ਕੀਤਾ। ਅਤੇ ਲਾਠੀਚਾਰਜ ਵੀ ਬਹੁਤ ਥਾਵੇਂ ਹੋਇਆ। ਜਦੋਂ ਇਹਨਾਂ ਨੇ ਰਾਹ ਦਿੱਤਾ ਸੀ, ਫਿਰ ਲਾਠੀਚਾਰਜ ਦਾ, ਗੋਲੀ ਚਲਾਉਣ ਦਾ ਕੀ ਮਕਸਦ ਸੀਗਾ। ਅਤੇ ਇਹ ਸਾਰੀਆਂ ਇਲਜ਼ਾਮ ਜਾਂ ਸਾਰੀ ਜਿਹੜੀ ਸਾਜ਼ਿਸ਼ ਹੈ, ਇਹ ਸਰਕਾਰਾਂ ਵੱਲੋਂ ਘੜੀਆਂ ਜਾਂਦੀਆਂ ਨੇ। ਇਸ ਕਰਕੇ ਇਹਦੀ ਸੱਚਾਈ ਤੱਕ, ਤਹਿ ਤੱਕ ਪਹੁੰਚਣਾ ਚਾਹੀਦਾ। ਸਾਨੂੰ ਦਲਿਤ ਦਾ ਮੁੱਦਾ ਨਹੀਂ ਉਛਾਲਣਾ ਚਾਹੀਦਾ। ਮੈਂ ਦੁਬਾਰਾ ਫੇਰ ਰਿਪੀਟ, ਬਿਆਨ ਆਇਆ ਬੜਾ ਗੱਲ ਹੈ ਜੀ, ਬਿੱਟਾ ਮਨਿੰਦਰਜੀਤ ਸਿੰਘ ਬਿੱਟਾ ਨਹੀਂ ਕਾਂਗਰਸ ਦਾ। ਚਲੋ ਇੱਥੇ ਬਿੱਟੇ ਦੇ ਵੀ ਬਿਆਨ ਰਹੇ ਨੇ, ਇੱਥੇ ਢੱਡਰੀਆਂ ਵਾਲਾ ਵੀ ਬੋਲਦਾ, ਇੱਥੇ ਪਤਾ ਨਹੀਂ ਕਿੰਨੇ ਕੁ ਰੌਲਾ ਪਾਈ ਜਾਂਦੇ ਨੇ। ਬਿੱਟੇ ਦਾ ਬਿਆਨ ਹੈ, ਮਨਿੰਦਰਜੀਤ ਸਿੰਘ ਬਿੱਟਾ ਜਿਹੜਾ ਕਾਂਗਰਸ ਦਾ ਹੈ, ਯੂਥ ਦਾ, ਵੀ ਉੱਥੇ ਆਤੰਕਵਾਦੀ ਉਹਨਾਂ ਨੇ ਬੰਦਾ ਮਾਰਤਾ ਜੀ, ਜੋ ਕਰਤਾ ਆਹ ਕਰਤਾ। ਉਹਨੂੰ ਇਹ ਪੁੱਛਣ ਵਾਲਾ ਹੋਵੇ ਵੀ ਜੇ ਸਿੰਘਾਂ ਨੇ ਬੰਦਾ ਮਾਰਤਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਰ ਲਿਆ, ਵੀ ਜਿਹੜਾ ਤੁਸੀਂ ਕਾਂਗਰਸ ਨੇ 84 ਦੇ ਵਿੱਚ ਘਾਣ ਕੀਤਾ ਹੈ, ਨਿੱਕੇ ਨਿੱਕੇ ਬੱਚੇ ਅੱਗ ਲਾ ਸਾੜੇ ਆ, ਟਾਇਰ ਪਾ ਗਲਾ 'ਚ ਜਨਾਨੀਆਂ ਬੱਚੇ ਆ, ਕਿੰਨੇ ਤੁਸੀਂ ਰੇਪ ਕੀਤੇ ਆ। ਇਹ ਮਨਿੰਦਰਜੀਤ ਸਿੰਘ ਬਿੱਟੇ ਨੂੰ ਪੁੱਛਣਾ ਵੀ ਤੂੰ ਪੱਗ ਬੰਨ੍ਹਦਾ, ਤੂੰ ਆਪ ਸਰਦਾਰ ਹੈ, ਪੱਗ ਬੰਨੀ ਹੋਈ ਆ। ਉਹ ਕਹਿੰਦਾ ਵੀ ਅੱਤਵਾਦੀ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਨਹੀਂ। ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਅੱਜ ਉੱਤੇ ਜ਼ੁਲਮ ਹੋਇਆ ਹੈ, ਤੁਸੀਂ ਕਾਂਗਰਸ ਨੇ ਕਿੰਨੀ ਕੁ ਘੱਟ ਕੀਤੀ ਸੀ ਸਿੱਖਾਂ 'ਤੇ, ਟਾਇਰ ਗਲਾ 'ਚ ਪਾ ਸਾੜੇ ਤੁਸੀਂ ਸਿੱਖ।
ਉਸ ਟਾਈਮ ਸਿੱਖਾਂ ਨੂੰ ਤੁਸੀਂ ਦੱਸੋ ਕਿੰਨਾ ਇਨਸਾਫ ਦਿੱਤਾ, ਨਿੱਕੇ ਨਿੱਕੇ ਬੱਚੇ ਨੇ ਛੱਡੇ, ਸਾਡੀਆਂ ਧੀਆਂ ਭੈਣਾਂ ਦੇ ਕਿੰਨੇ ਕਿੰਨੇ ਤੁਸੀਂ ਬਲਤਕਾਰ ਕੀਤੇ 84 'ਚ। ਤੁਸੀਂ ਉਹ ਇਨਸਾਫ ਤੇ ਸਾਨੂੰ ਦੇ ਦਿਓ, ਉਹ ਸਬੂਤ ਤੇ ਤੁਹਾਡੇ ਕੋਲ ਹੈਗੇ ਕਾਂਗਰਸ ਦੇ ਕੋਲ। ਜੇ ਤੁਹਾਨੂੰ ਇਹ ਤਕਲੀਫ ਹੁੰਦੀ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਵੀ ਇੱਥੇ ਬੰਦਾ ਸੋਹਤਾ ਨਿਹੰਗ ਸਿੰਘਾਂ ਨੇ, ਤੁਹਾਡੇ ਕੋਲ 84 ਦੇ ਸਬੂਤ ਸਾਰੇ ਆ, ਵੀ ਕਿੰਨੇ ਤੁਸੀਂ ਸਿੱਖ ਮਾਰੇ ਆ, ਕਿੰਨੇ ਗਲਾਂ 'ਚ ਟਾਇਰ ਪਾ ਸਾੜੇ, ਕਿੰਨੀਆਂ ਭੈਣਾਂ ਦਾ ਰੇਪ ਹੈ, ਨਿੱਕੇ ਨਿੱਕੇ ਬੱਚੇ ਵੀ ਤੁਸੀਂ ਅੱਗ ਲਾ ਸਾੜੇ ਤੁਸੀਂ ਕਾਂਗਰਸ ਨੇ 84 ਵੇਲੇ। ਤੁਸੀਂ ਸਾਨੂੰ ਉਹ ਇਨਸਾਫ ਜ਼ਰੂਰ ਦਿਓ, ਉਹ ਪ੍ਰੂਫ ਤੁਹਾਡੇ ਕੋਲ ਬਿੱਟਾ ਜੀ, ਸੁਣ ਲਓ ਧਿਆਨ ਦੇ ਨਾਲ। ਜੇ ਤੁਹਾਨੂੰ ਤਕਲੀਫ ਇਹ ਹੋ ਰਹੀ ਨਾ ਵੀ ਇਹ ਆਤੰਕਵਾਦੀ ਹੈ, ਅੱਤਵਾਦੀ ਹੈ, ਤੁਸੀਂ ਦੱਸੋ ਵੀ ਕਿਹੜੇ ਅੱਤਵਾਦੀ ਜਿਹੜਾ ਤੁਸੀਂ ਪੰਜਾਬ ਦੇ ਲੋਕ 84 ਦੇ ਵਿੱਚ ਜਾੜਤੇ, ਤੁਸੀਂ ਘਰ ਹਜੇ ਤੱਕ ਉਜੜੇ ਘਰ ਨਹੀਂ ਵਸੇ। सर एक मेरा एक सवाल था आपसे। बोलो बोलो बोलो। सर मेरा एक आपसे सवाल था राजा राज सिंह जी। हाँ जी। अभी आपने आपका एक बयान भी सामने आया था कि जो इस पूरे हत्याकांड में शामिल थे वो 4 निहंगों को हमने पुलिस को आत्मसमर्पण कर दिया है। अब कोई पुलिस गिरफ्तारी करती है तो उसके बाद क्या आपका एक्शन है? गिरफ्तारी तो हो गई ना। देखो जेडे सीगे जो हमको बताया गया था जिन्हों के आरोप थे वो सभी गिरफ्तार हुए। अब गिरफ्तारी का मतलब रह नहीं जाता। अब क्या मतलब है, जिन्होंने कहता है सरेंडर कर दिया, जिन्होंने किया था उन्होंने जब इकबाल जुर्म सबके सामने, मीडिया के सामने, जज के सामने इकबाल कर लिया तो फिर तो अगर किसी को और गिरफ्तार करते हैं फिर तो ये तो ज्यादती होगी। मैं पूछना चाहता हूँ आपसे भी देखो हमको आतंकवादी बिट्टा बता रहा है और भी बता अतवादी हैं तो बिट्टा उदों तेन शर्म नहीं आई ਜਦੋਂ ਲਖੀਮਪੁਰ ਖੀਰੀ ਦੇ ਵਿੱਚ ਸ਼ਰੇਆਮ ਭਾਜਪਾ ਦੇ ਬੰਦਿਆਂ ਨੇ ਕਿਸਾਨਾਂ ਨੂੰ ਦਰੜ ਕੇ ਮਾਰਤਾ, ਗੋਲੀ ਮਾਰ ਕੇ ਮਾਰਤਾ, ਉਦੋਂ ਦਾ ਤੇਰਾ ਜ਼ੁਬਾਨ ਖੁੱਲੀ ਨਹੀਂ, ਹੁਣ ਕੁੱਤੇ ਵਾਂਗੂ ਭੌਂਕੀ ਜਾਣਾ। ਜੇ ਤੇਰੇ ਜ਼ੁਰਤ ਆ ਅਸੀਂ ਸਾਹਮਣੇ ਬਹਿਨੇ, ਸਾਡੇ ਸਾਹਮਣੇ ਬੈਠੇ ਗੱਲ ਕਰ, ਸਾਰੀਆਂ ਗੱਲਾਂ ਜਵਾਬ ਦੇਵਾਂਗੇ। ਉੱਥੇ ਕੁੱਤੇ ਵਾਂਗੂ ਨਾ ਭੌਂਕ, ਅਸੀਂ ਸਾਰੀਆਂ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਹਾਂ। ਅੱਤਵਾਦੀ ਅਸੀਂ ਆ ਜਾਂ ਉਸ ਟਾਈਮ ਤੁਸੀਂ ਲੋਕ ਤੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਾਰਿਆ, ਬੇਅੰਤੇ ਬੁੱਚੜ ਵਰਗਿਆਂ ਨੇ। ਉਸ ਟਾਈਮ ਤੁਸੀਂ ਸਾਡੀ ਸਿੱਖ ਕੌਮ ਦਾ ਕਾਂਗਰਸ ਨੇ ਘਾਣ ਕਰਕੇ ਰੱਖਤਾ, ਅੱਜ ਤੁਸੀਂ ਸਾਨੂੰ ਅੱਤਵਾਦੀ ਦੱਸਦੇ ਹੋ। ਉਹ ਠੱਲ ਤਾਂ ਹੀ ਪੈਣੀ ਜੇ ਬੇਅੰਤਾ ਬੁੱਚੜ ਮਾਰਿਆ ਤਾਂ ਠੱਲ ਪਈ ਨੌਜਵਾਨਾਂ ਨੂੰ, ਨਹੀਂ ਤੁਸੀਂ ਕੋਈ ਛੱਡੇ ਹੀ ਨਹੀਂ, ਬਰਾਤ ਹੀ ਨਹੀਂ ਚੜ੍ਹੀ ਪੰਜਾਬ ਦੇ ਵਿੱਚ। 20 ਸਾਲ ਤੁਸੀਂ ਅੱਜ ਗੱਲਾਂ ਕਰਦੇ ਹੋ, ਸਾਨੂੰ ਅੱਤਵਾਦੀਆਂ ਦਾ ਖਿਤਾਬ ਦਿੰਦੇ ਹੋ। ਹੁਣ ਤੱਕ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਹੁਣ ਠੱਲ ਪਊਗੀ। ਜੇ ਅੱਜ ਤੋਂ ਬਾਅਦ ਕੋਈ ਬੇਅਦਬੀ ਕਰਦੇ ਆ ਕਹਿ ਦਿਓ, ਜਿਨ੍ਹਾਂ ਨੇ ਕਰੀ ਆ, ਜਿਨ੍ਹਾਂ ਨੇ ਕਰੀ ਉਹਨਾਂ ਨੂੰ ਸਜ਼ਾ ਦਿੱਤੀ ਆ, ਤੇ ਜਿਨ੍ਹਾਂ ਨੇ ਸੋਧਿਆ ਸਿੰਘਾਂ ਨੇ ਉਹ ਮੁਕਰੇ ਨਹੀਂ, ਉਹਨਾਂ ਨੇ ਹਿੱਕ ਟੋਕ ਕੇ ਕਿਹਾ ਵੀ ਅਸੀਂ ਸੋਧਿਆ, ਅਸੀਂ ਸਿਲੰਡਰ ਕਰਦੇ ਹਾਂ। ਇਹਦੇ ਵਿੱਚ ਗੱਲਾਂ ਕਿਹੜੀਆਂ ਅੱਤਵਾਦੀ ਦਾ? ਜੇ ਅਸੀਂ ਇੱਥੇ ਸ਼ਾਂਤੀ ਬਣਾਈ ਰੱਖਣਾ ਤਾਂ ਹੀ ਉਹਨਾਂ ਸਿਲੰਡਰ ਕਿਤੇ ਭੱਜ ਨਹੀਂ ਜਾਂਦੇ। ਅੱਛਾ, ਜਿਹੜਾ ਅੱਤਵਾਦੀ ਉਹ ਭੱਜ ਜੂਗਾ, ਉਹਨਾਂ ਦਾ ਕੰਮ ਨਾ ਭੱਜਣਾ। ਜਿਵੇਂ ਉਹ ਮਿਸਰਾ ਭੱਜਿਆ, ਫੜ ਕੇ ਮਸਾਂ ਲਿਆਂਦਾ ਅਦਾਲਤ ਦੇ ਕਹੇ ਤੇ, ਸਿਲੰਡਰ ਨਹੀਂ ਉਹਨੇ ਕਰਿਆ, ਮਸਾਂ ਜਦੋਂ ਸਾਫਾ ਅਦਾਲਤ ਦਾ ਪਿਆ ਫਿਰ ਉਹ ਆਇਆ। ਉਹ ਅੱਤਵਾਦੀ ਉਹ ਨੇ। ਭਾਰਤ ਦੀ ਸਰਕਾਰ ਆ ਅੱਤਵਾਦੀ ਹੈ ਇਸ ਵੇਲੇ, ਮੋਦੀ ਸਰਕਾਰ ਅੱਤਵਾਦੀ ਹੈ ਜਿਹੜਾ ਸਾਡੇ ਉੱਤੇ ਜ਼ੁਲਮ ਕਰ ਰਹੀ ਆ, ਜਿਹੜੇ ਸਾਡੇ ਕਿਸਾਨਾਂ ਨੂੰ ਦਰੜ ਕੇ ਮਾਰਿਆ ਜਾ ਰਿਹਾ, ਕਿਤੇ ਲਾਠੀ ਚਾਰਜ ਕਰਕੇ ਮਾਰਿਆ ਜਾ ਰਿਹਾ। ਅੱਤਵਾਦੀ ਕਾਂਗਰਸ ਹੈ ਜਿਹਨੇ ਸਿੱਖਾਂ ਨੂੰ ਕੋਹ ਕੇ ਮਾਰਿਆ। ਅੱਤਵਾਦੀ ਉਹ ਲੋਕ ਨੇ ਜਿਹੜੇ ਇਨਸਾਨੀਅਤ ਦਾ ਕਤਲ ਕਰ ਰਹੇ ਨੇ, ਜਿਹਨੂੰ ਗੁਰੂ ਦੀ, ਰਮਾਇਣ ਦੀ, ਕੁਰਾਨ ਦੀ ਜਾਂ ਕਿਸੇ ਸਤਿਕਾਰਯੋਗ ਹਸਤੀ ਦੀ ਕੋਈ ਪਰਵਾਹ ਹੀ ਨਹੀਂ। ਉਹਨੂੰ ਦਿਨੇ ਅੱਗ ਲਾ ਕੇ ਉਹਨੂੰ ਦਿਨੇ ਲਾ ਉਹਨਾਂ ਦੀ ਸਰੂਪਾਂ ਦੀ ਬੇਅਦਬੀ ਕੀਤੀ ਜਾ ਰਹੀ। ਅੱਤਵਾਦੀ ਵੱਡੇ ਉਹ ਨੇ, ਅਸੀਂ ਨਹੀਂ। ਅਸੀਂ ਅਮਨ ਪਸੰਦ ਦੇਸ਼ ਹਾਂ। ਮੈਂ ਬਿੱਟੇ ਨੂੰ ਪੁੱਛਣਾ ਚਾਹੁੰਦਾ ਹੈ ਵੀ ਤੈਂ ਉਦੋਂ ਅੱਤਵਾਦੀ ਕਿਉਂ ਨਹੀਂ ਦੱਸਿਆ ਜਦੋਂ ਸਾਰੇ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਪਈ, ਉੱਥੇ ਇਹਨਾਂ ਨੇ ਜਾ ਕੇ ਸਾਰੇ ਲੰਗਰ ਚਲਾਏ। ਉਦੋਂ ਅਸੀਂ ਕਿੱਥੇ ਸੀ? ਉਦੋਂ ਅਸੀਂ ਸੇਵਾਦਾਰ ਬਣ ਗਏ ਸੀਗੇ। ਅੱਜ ਤੂੰ ਸਾਨੂੰ ਅੱਤਵਾਦੀ ਦੱਸਦਾ। ਤੈਂ ਉਦੋਂ ਅੱਤਵਾਦੀ ਕਿਉਂ ਨਹੀਂ ਦੱਸਿਆ ਜਦੋਂ ਸਾਡੇ ਬੱਚੇ ਸਰਹੰਦਾਂ ਦੇ ਉੱਤੇ ਲੜਦੇ ਨੇ ਜਾ ਕੇ, ਉੱਥੇ ਫੌਜੀ ਦੀ ਦੇਸ਼ ਦੀ ਰਖਵਾਲੀ ਕਰਦੇ ਨੇ ਭਾਰਤ ਦੇ, ਉਹ ਅੱਤਵਾਦੀ ਨਹੀਂ। ਹੁਣ ਸਾਡੇ ਅੱਜ ਪੰਜਾਬ ਦੇ 5 ਨੌਜਵਾਨ ਸਿੱਖ ਆਪਦੀ ਸ਼ਹਾਦਤ ਦਿੱਤੀ ਆ, ਹਫ਼ਤਾ ਹਜੇ ਹੋਇਆ ਨਹੀਂ ਹੈਗਾ। ਗੱਜਣ ਸਿੰਘ ਵਰਗੇ ਨੌਜਵਾਨ ਜਿਹੜੇ ਹਜੇ ਸਾਲ ਇੱਕ ਵਿਆਹ ਨੂੰ ਵੀ ਨਹੀਂ ਹੋਇਆ, ਚੰਗੀ ਤਰ੍ਹਾਂ ਉਹਨਾਂ ਨੇ ਗ੍ਰਸਤੀ ਜੀਵਨ ਵੀ ਮਾਣਿਆ ਨਹੀਂ। ਉਹ ਤੁਹਾਡੇ ਵਰਗੇ ਟੈਰਰਿਸਟ ਲੋਕਾਂ ਨੇ ਜਿਹੜੇ ਕੁਰਸੀਆਂ 'ਤੇ ਬਹਿ ਕੇ ਸਾਜ਼ਿਸ਼ਾਂ ਘੜਦੇ ਨੇ, ਚਾਹੇ ਉਹ ਪੁਲਵਾਮਾ ਦਾ ਕਾਂਡ ਹੋਵੇ, ਆਪਦੇ ਦੇਸ਼ ਦੇ ਫੌਜੀਆਂ ਨੂੰ ਦਿਨ ਦਿਹਾੜੇ ਮਾਰ ਦੇਣਾ, ਕੋਈ ਉਹ ਕਿਸੇ ਕੋ ਨਾ ਕੱਢਣੀ।
ਅੱਤਵਾਦੀ ਕੌਣ ਆ? ਅਸੀਂ ਅੱਤਵਾਦੀ ਨਹੀਂ, ਅੱਤਵਾਦੀ ਤੁਸੀਂ ਕੁਰਸੀਆਂ ਤੇ ਬੈਠਣ ਵਾਲੇ ਲੋਕ ਹੋ। ਕਾਂਗਰਸ ਅੱਤਵਾਦੀ ਹੈ, ਭਾਜਪਾ ਅੱਤਵਾਦੀ ਹੈ, ਉਹ ਲੋਕ ਅੱਤਵਾਦੀ ਨੇ ਜਿਹੜੇ ਭਾਰਤ ਦੀ ਜਨਤਾ ਨੂੰ ਕੁਚਲਣਾ ਚਾਹੁੰਦੇ ਨੇ, ਇਹਨਾਂ ਦੇ ਹੱਕਾਂ ਨੂੰ ਮਾਰਨਾ ਚਾਹੁੰਦੇ ਨੇ, ਡਾਕੇ ਮਾਰ ਰਹੇ ਨੇ, ਸਾਨੂੰ ਕੁੱਟ ਕੇ ਮਾਰਿਆ ਜਾ ਰਿਹਾ, ਸਾਡੇ ਉੱਤੇ ਕੇਸ ਪਾਏ ਜਾ ਰਹੇ, ਜੇਲ੍ਹਾਂ ਵਿੱਚ ਜ਼ਬਰਦਸਤੀ ਸੁੱਟਿਆ ਜਾ ਰਿਹਾ, ਸਾਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਤੁਸੀਂ ਅੱਤਵਾਦੀ ਹੋ, ਅਸੀਂ ਅੱਤਵਾਦੀ ਨਹੀਂ, ਅਸੀਂ ਸੱਤਵਾਦੀ ਹਾਂ, ਸੱਚ ਦੀ ਗੱਲ ਕਰਨ ਵਾਲੇ ਹਾਂ। ਜੇ ਤੁਹਾਡੇ ਕਿਸੇ ਵੀ ਲੀਡਰ ਦੀ ਜ਼ਰੂਰਤ ਆ, ਅਸੀਂ ਬਹਿਣਾ, ਸਾਡੇ ਸਾਹਮਣੇ ਬੈਠ ਕੇ ਗੱਲ ਕਰੋ, ਅਸੀਂ ਤਿਆਰ ਹਾਂ। ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗੇ, ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਜੇ ਤੁਹਾਡੇ ਵਿੱਚ ਜ਼ਰੂਰਤ ਹੈਗੀ ਤਾਂ, ਨਹੀਂ ਲੋਕਾਂ ਨੂੰ ਲੜਾ ਕੇ ਨਾ ਮਾਰੋ। ਇਸ ਘਟਨਾ ਦੀ ਜੇ ਗੱਲ ਕਰੀਏ ਤੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਹੈ, ਇਹ ਤਾਂ ਕਹਿ ਦਿੱਤਾ ਜਾ ਰਿਹਾ ਹੈ ਕਿ ਤਾਲਿਬਾਨੀ ਘਟਨਾ ਜਿਹੜੀ ਹੈ ਉਹ ਇੱਥੇ ਅੰਜਾਮ ਦਿੱਤਾ ਗਿਆ। ਇਸ ਤਰ੍ਹਾਂ ਦਾ ਪ੍ਰਚਾਰ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਸੋਸ਼ਲ ਮੀਡੀਆ। ਉਹਨਾਂ ਨੇ ਸਾਨੂੰ ਉਹ ਵੀਰ ਜੀ, ਤਾਲਿਬਾਨੀ ਘਟਨਾ, ਉਹ ਜਿਹੜੇ ਬੇਨਤੀ ਆ ਉਹਨਾਂ ਨੂੰ, ਜੇ ਕੋਈ ਸ਼ਿਵ ਸੈਨਾ ਵਾਲਾ ਜਾਂ ਕੋਈ ਬਿੱਟਾ ਜਾਂ ਡਾਕਟਰ ਗੁਰਿੰਦਰ ਸਿੰਘ ਆ, ਜਿਨ੍ਹਾਂ ਨੂੰ ਵੀ ਇਹ ਤਕਲੀਫ ਹੈ, ਅਸੀਂ ਇੱਥੇ ਸਿੰਘ ਬਾਰਡਰ ਤੇ ਬੈਠੇ, ਸਾਨੂੰ ਆ ਕੇ ਮਿਲ ਲੈਣਾ, ਅਸੀਂ ਦੱਸ ਦਿੰਦੇ ਹਾਂ। 10 ਵੱਲੋਂ FIR ਕਰਾਈ ਗਈ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਮੇਰੇ ਤੋਂ ਪੁੱਛ ਲੈਣ, ਕੀ ਪੁੱਛਣਾ ਆ ਕੇ? ਐਵੇਂ ਉੱਥੇ ਬੈਠ ਕੇ ਫੇਸਬੁੱਕ ਤੇ ਭੌਂਕਣ ਦਾ ਕੀ ਫਾਇਦਾ? ਸਾਹਮਣੇ ਆ ਕੇ ਫੇਸ ਟੂ ਫੇਸ ਸਾਡੇ ਨਾਲ ਗੱਲ ਕਰਨ, ਅਸੀਂ ਦੱਸਦੇ ਹਾਂ, ਪੁੱਛੋ ਕੀ ਪੁੱਛਣਾ। ਸਾਨੂੰ ਉਹਨਾਂ ਨੇ ਤਾਲਿਬਾਨੀ ਕਹਿਤਾ, ਤੁਹਾਡੇ ਸਵਾਲ ਦਾ ਜਵਾਬ ਆ। ਤੇ ਜਦੋਂ ਕਿਸਾਨਾਂ ਉੱਤੇ ਤੁਰੇ ਜਾਂਦੇ ਉੱਤੇ ਨਿਹੱਤਿਆਂ ਉੱਤੇ ਉਹਨਾਂ ਨੇ ਜੀਪ ਚੜਾ ਕੇ ਮਾਰਿਆ, ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ, ਉਹ ਕੌਣ ਸੀਗੇ? ਉਹ ਦੇਸ਼ ਭਗਤ ਸੀਗੇ? ਉਹ ਮੈਨੂੰ ਦੱਸੋ ਵੀ ਉਹ ਦੇਸ਼ ਭਗਤ ਹੋ ਗਏ, ਅਸੀਂ ਤਾਲਿਬਾਨੀ ਹੋ ਗਏ? बाबा जी ਅੱਜ ਜਦੋਂ ਪੇਸ਼ੀ ਹੋਈ ਹੈ ਚਾਰੋਂ ਸਿੰਘਾਂ ਦੀ ਕੋਰਟ ਦੇ ਵਿੱਚ, ਪੁਲਿਸ ਇੱਕ ਹੋਰ ਥਿਊਰੀ ਲੈ ਕੇ ਆਈ ਹੈ। ਉਹ ਕਹਿੰਦੇ ਹਜੇ 3 ਤੋਂ 4 ਹੋਰ ਸਿੰਘ ਜਿਹੜੇ ਨੇ ਉਹਨਾਂ ਦੀ ਵੀ ਪਛਾਣ ਕਰਨੀ ਹੈ। ਉਹ ਕਹਿੰਦੇ ਜੀ ਜਿਹੜੇ ਸਿੰਘ ਹਜੇ ਜਿਨ੍ਹਾਂ ਨੇ ਗ੍ਰਿਫਤਾਰੀ ਦਿੱਤੀ ਹੈ, ਉਹ ਸਿੰਘ ਉਹਨਾਂ ਨੂੰ ਚਿਹਰੇ ਤੋਂ ਜਾਣਦੇ ਨੇ, ਵੈਸੇ ਉਹਨਾਂ ਦੇ ਨਾਂ ਨਹੀਂ ਪਤਾ, ਇਸ ਕਰਕੇ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਤਰ੍ਹਾਂ ਦੀ ਥਿਊਰੀ ਜਿਹੜੀ ਹੈ ਕੋਰਟ ਦੇ ਵਿੱਚ ਅੱਜ ਪੁਲਿਸ ਪੇਸ਼ ਕਰਦੀ ਨਜ਼ਰ ਆ ਰਹੀ ਹੈ। ਦੇਖੋ, ਇਹ ਸਰਕਾਰ ਆ, ਜ਼ਬਰਦਸਤੀ ਬਹੁਤ ਕੁਝ ਕਰ ਸਕਦੀ ਹੈ। ਜਦੋਂ ਤਾਂ ਇਹਨਾਂ ਦੀ ਆਪਦੀ ਵਾਰੀ ਆਉਂਦੀ ਆ, ਉਦੋਂ ਤਾਂ ਗ੍ਰਹਿ ਮੰਤਰੀ ਵਰਗੇ ਮੁੰਡੇ ਨੇ ਜਿਹੜੇ ਉਹ ਕਿਸਾਨਾਂ ਨੂੰ ਕੁਚਲ ਕੇ ਮਾਰ ਦੇਣ, ਉਹਨਾਂ ਦਾ ਕੋਈ ਦੋਸ਼ ਹੀ ਨਿਰਦੋਸ਼ ਨੇ, ਉਹ ਉਸ ਟਾਈਮ ਸ਼ਾਮਲ ਵੀ ਨਹੀਂ ਹੁੰਦੇ ਵੀ ਅਸੀਂ ਤਾਂ ਇਹ ਕਾਰਨਾਂ ਦੇ ਵਿੱਚ ਸ਼ਾਮਲ ਨਹੀਂ ਸੀਗੇ, ਅਸੀਂ ਬੇਗੁਨਾਹ ਹੋ ਗਏ। ਤੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਰਮਨ ਕਸ਼ਪ ਜਿਹੜਾ ਮੁੰਡਾ ਮਾਰਿਆ ਗਿਆ, ਉਹਦੇ ਪਰਿਵਾਰ ਨੂੰ ਅਸੀਂ ਮਿਲ ਕੇ ਆਏ ਆ, ਮੇਰੇ ਕੋਲੇ ਵੀਡੀਓ ਪਈ ਆ, ਉਹਨੇ ਬਕਾਇਦਾ ਕਿਹਾ ਸਾਨੂੰ ਗੌਰਮੈਂਟ ਨੇ ਦਬਾਇਆ ਜਾ ਰਿਹਾ ਵੀ ਕਿਸਾਨਾਂ ਨੇ ਕੁੱਟ ਕੇ ਮਾਰਿਆ, ਤੁਸੀਂ ਇਹ ਬਿਆਨ ਦੇਵੋ। ਉਹ ਕਹਿੰਦੇ ਅਸੀਂ ਇਹ ਬਿਆਨ ਨਹੀਂ ਦਿੰਦੇ, ਇਹ ਭਾਜਪਾ ਵਾਲਿਆਂ ਦਾ ਸਾਰਿਆਂ ਦਾ ਕੰਮ ਆ। ਤੇ ਸਾਨੂੰ ਜ਼ਬਰਦਸਤੀ, ਦੇਖੋ ਇਹਦੇ ਵਿੱਚ ਸਾਰਿਆਂ ਨੂੰ ਪਤਾ ਵੀ ਉਹਨਾਂ ਨੇ ਜ਼ੁਰਬਾਨ ਆਪਣੇ ਕਬੂਲ ਕਰ ਲਿਆ ਵੀ ਅਸੀਂ ਉਹਦਾ ਸੋਧਾ ਲਾਇਆ, ਫਿਰ ਇਹਦੇ ਵਿੱਚ ਦੂਸਰਿਆਂ ਨੂੰ ਹੋਰ ਇਨਵਾਈਟ ਕਰਨ ਦੀ ਕੀ ਮਤਲਬ ਆ? ਜੇ ਹੁਣ ਅਸੀਂ ਸਾਰੇ ਪੰਥ ਨੂੰ ਫਿਰ ਸੱਦਾ ਦੇਵਾਂਗੇ। ਜੇ ਇਹਦੇ ਵਿੱਚ ਧੱਕਾ ਕਰਨਗੇ, ਬੰਦਿਆਂ ਨੂੰ ਨਾਮਜ਼ਦ ਹੋਰ ਕਰਨਗੇ, ਫਿਰ ਇਹਦਾ ਅਸੀਂ ਵਿਰੋਧ ਕਰਾਂਗੇ। ਅਸੀਂ ਪਹਿਲੋਂ ਬੰਦੇ ਲੈ ਕਹਿ ਕੇ ਦਿੱਤੇ ਨੇ, 4 ਜਿਹੜੇ ਬੰਦੇ ਨੇ ਉਹ ਕਹਿ ਕੇ ਦਿੱਤੇ ਨੇ। ਜੇ ਹੁਣ ਉੱਪਰ ਦੀ ਗੱਲ ਕਰਨਗੇ, ਕੋਈ ਚੌਥਾ 5ਵਾਂ 6ਵਾਂ ਦੇ ਫੜਨ ਦੀ ਗੱਲ ਇਹ ਕਰਦੇ ਆ, ਫਿਰ ਇਹਦਾ ਵਿਰੋਧ ਵੀ ਹੋਊਗਾ। ਔਰ ਇਹਦੇ ਵਾਸਤੇ ਅਸੀਂ ਤਿਆਰ ਆ ਪੂਰੇ। ਅੱਜ ਸਿੰਘ ਕਹਿੰਦੇ ਨਜ਼ਰ ਆਏ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਕੋਰਟ ਦੇ ਵਿੱਚ ਉਹਨਾਂ ਨੇ ਆਹ ਗੱਲ ਆਖੀ ਹੈ, ਕਹਿੰਦੇ ਜੋ ਵੀ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੰਦਾ ਪੱਥ ਭ੍ਰਸ਼ਟ ਹੋ ਜਾਂਦਾ। ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਉੱਥੇ ਆਖੀ। ਇਹ ਤਾਂ ਹੈਗਾ ਹੀ ਆ। ਦੇਖੋ, ਸਤਿਕਾਰਯੋਗ ਆ, ਜਦੋਂ ਰਾਮਾਇਣ ਦੀ ਬੇਅਦਬੀ ਹੁੰਦੀ ਆ ਸਾਨੂੰ ਓਨਾ ਹੀ ਦੁੱਖ ਲੱਗਦਾ, ਜੇ ਕੋਈ ਕੁਰਾਨ ਦੀ ਬੇਅਦਬੀ ਕਰਦਾ ਸਾਨੂੰ ਓਡਾ ਹੀ ਦੁੱਖ ਹੈ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਇਸ਼ਟ ਦੀ ਅੱਜ ਬੇਅਦਬੀ ਹੋਈ ਆ ਤਾਂ ਸਾਨੂੰ ਉਦੋਂ ਵੱਡਾ ਦੁੱਖ ਹੈ। ਤੇ ਜਿਹੜੇ ਦੂਜੇ ਲੋਕ ਨੇ ਜਿਹੜੇ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਆਪਣੀਆਂ ਕੁਰਸੀਆਂ 'ਤੇ ਕਾਬਜ਼ ਹੋਏ ਨੇ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਜਿਹੜੇ ਹੁਣ ਲੋਕ ਨੇ ਪੜ੍ਹੇ ਲਿਖੇ ਨੇ, ਉਹ ਤੁਹਾਡੀਆਂ ਚਾਲਾਂ ਨੂੰ ਸਮਝ ਰਹੇ ਨੇ। ਇਹ ਸਾਰਾ ਇਸ਼ੂ ਜੋ ਬਣਾਇਆ ਸਾਡੇ ਨਾਲ, ਪਹਿਲਾਂ ਮੈਨੂੰ ਦੱਸੋ ਉਸ ਬੰਦੇ ਦੀ ਜਾਤੀ ਦੁਸ਼ਮਣੀ ਸੀਗੀ ਜਾਂ ਹੋਰ ਸੀ? ਜੇ ਉਹ ਇੱਥੇ ਭੇਜਿਆ, ਸਾਜ਼ਿਸ਼ ਘੜਤਾ, ਕਿਸੇ ਲਾਲਚ ਦੇ ਵਿੱਚ ਆ ਕੇ ਉਹਨੇ ਇਸ਼ਟ ਨੂੰ ਹੱਥ ਪਾਇਆ, ਤਾਂ ਹੀ ਉਹਦਾ ਇਹ ਹਾਲ ਹੋਇਆ। ਇੱਕ ਇਹ ਗੱਲ ਬਾਬਾ ਜੀ ਚੋਲੇ ਦੀ ਗੱਲ ਕਹਿ ਰਹੇ ਨੇ ਜੀ, ਕਹਿੰਦੇ ਵੀ ਉਹਨੂੰ ਚੋਲਾ ਜਿਹੜਾ ਬਾਣਾ ਤੁਸੀਂ ਆਪ ਪਵਾਇਆ, ਉਹਨੂੰ ਬਾਣਾ ਕਿਸੇ ਨੇ ਨਹੀਂ ਪਵਾਇਆ ਜੀ। ਉਹ ਬਾਣਾ ਉਹਨੇ ਆਪਣੇ ਆਪ ਚੋਰੀ ਚੁੱਕ ਕੇ ਪਾਇਆ ਉੱਥੋਂ, ਉਹਨੂੰ ਕਿਸੇ ਨੇ ਬਾਣਾ ਨਹੀਂ ਪਵਾਇਆ। ਐਵੇਂ ਇਹ ਗੱਲਾਂ ਨਹੀਂ ਕਰਦੀਆਂ, ਲੋੜ ਜ਼ਰੂਰ ਇਹ ਹੈਗੀ ਹਰੇਕ ਬੰਦਾ ਇਹ ਕਰਦਾ ਜੀ, ਉਹਨੂੰ ਆਪ ਪਵਾ ਕੇ ਬਾਣਾ ਆਪ ਇਸ ਤਰ੍ਹਾਂ ਕਰਦਾ, ਇਹੋ ਜਿਹੀ ਕੋਈ ਗੱਲ ਨਹੀਂ, ਦੇਖੋ ਉਹਨੇ ਆਪ ਚੁੱਕਿਆ। ਫਿਰ ਇੱਕ ਹੋਰ ਤੁਸੀਂ ਆ ਜਿਹੜੀ FIR ਆ ਜਿਹੜੀ ਲਿਖੀ ਗਈ ਆ, ਉਹਦੇ ਵਿੱਚ ਇਹ ਲਿਖਿਆ ਗਿਆ 302 ਤੇ 34 ਧਾਰਾ ਲੱਗੀ ਆ, ਤੇ ਉਹਦੇ ਵਿੱਚ ਜਿਹੜੀ FIR ਦਰਜ ਕੀਤੀ ਗਈ ਆ ਉਹ ਪੁਲਿਸ ਵੱਲੋਂ ਹੀ ਕੀਤੀ ਹੈ, ਕਿਸੇ ਵੱਲੋਂ ਨਹੀਂ ਕਰਾਈ ਗਈ। ਉਹ ਗੁੰਮਨਾਮ ਬੰਦਾ ਕੌਣ ਸੀ ਤੇ ਕਿੰਨਾ ਨੇ ਮਾਰਿਆ ਉਹ ਵੀ ਗੁੰਮਨਾਮ ਨੇ।
ਕਿਸੇ ਦੀ ਪਛਾਣ ਤਾਂ ਕੋਈ ਨਹੀਂ। ਇਹ ਤਾਂ ਜੇ ਨਿਹੰਗ ਸਿੰਘਾਂ ਨੇ ਆਪਣਾ ਕਿਹਾ ਵੀ ਸਾਡੇ ਗੁਰੂ ਦੀ ਬੇਅਦਬੀ ਹੋਈ ਆ, ਇਹਨੇ ਕੀਤੀ ਆ ਸ਼ਖਸ ਨੇ, ਅਸੀਂ ਤਾਂ ਮਾਰਿਆ, ਉਹ ਮੁੱਕਰੇ ਨਹੀਂ, ਉਹ ਭੱਜੇ ਨਹੀਂ। ਫਿਰ ਇਹਦੇ ਵਿੱਚ ਹੋਰ ਦੱਸੋ ਕੀ ਹੋਣਾ ਚਾਹੀਦਾ? ਉਹ ਸੂਰਮੇ ਨੇ ਜਿਨ੍ਹਾਂ ਨੇ ਆਪਣੇ ਕਵਾਲੀਆ ਜੁਰਮ ਕਬੂਲ ਕਰ ਲਿਆ। ਮੈਂ ਕਹਿੰਦਾ ਮੈਨੂੰ ਦੁਨੀਆ ਦਾ ਕੋਈ ਵੀ ਪੁਲਿਸ ਦਾ ਜਿਹੜਾ ਵੱਡਾ ਉੱਚ ਅਧਿਕਾਰੀ ਹੈ ਉਹ ਇੱਕੋ ਹੀ ਗੱਲ ਦਾ ਮੇਰੀ ਜਵਾਬ ਦੇ ਦੇਵੇ ਵੀ 302 ਦਾ ਜਦੋਂ ਕੇਸ ਬਣਦਾ ਹੈ ਤੁਹਾਡੇ ਕੋਲ ਕੋਈ ਬੰਦਾ ਆਪ ਆਇਆ ਚੱਲ ਕੇ? ਅੱਜ ਨਿਹੰਗ ਸਿੰਘ ਫੌਜਾਂ ਨੇ ਜੇ ਸੋਧਾ ਲਾਇਆ ਉਹਨਾਂ ਨੂੰ ਤਾਂ ਸਾਰੀ ਕੌਮ ਨੇ, ਸਾਰੇ ਪੰਥ ਨੇ ਉਹਨਾਂ ਦੀ ਫਿੱਟ ਥਾਪੜੀ ਆ। ਅਤੇ ਪੂਰੇ ਸਤਿਕਾਰ ਦੇ ਨਾਲ, ਮਾਣ ਦੇ ਨਾਲ ਅਸੀਂ ਰਾਤ ਆਪਣੇ ਹੱਥਾਂ ਦੇ ਨਾਲ ਉਹਨੂੰ ਜਾ ਕੇ ਥਾਣੇ ਦੇ ਵਿੱਚ ਛੱਡ ਕੇ ਆਏ ਹਾਂ, ਪੇਸ਼ ਕਰਕੇ ਆਏ ਹਾਂ। ਅਸੀਂ ਭੱਜ ਨਾ ਜਾਂਦੇ, ਜਦੋਂ ਅਣਪਛਾਤੇ ਸੀ ਉੱਥੇ ਕਿਹਨੂੰ ਭਾਲ ਲੈਂਦੇ। ਇਸ ਕਰਕੇ ਹੁਣ ਸਰਕਾਰ ਇਹਨੂੰ ਹੋਰ ਬੜਾਵਾ ਦੇਵੇ, ਇੱਥੇ ਸੰਕੋਚ ਕਰੇ, ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਆਰੰਭ ਕਰੇ, ਜਿੱਧਰ ਉਹਦੀਆਂ ਜੜ੍ਹਾਂ ਜਾਂਦੀਆਂ ਨੇ। ਜਿਹੜੀ ਸੱਚਾਈ ਆ, ਜਿਹੜੇ ਬੰਦਿਆਂ ਨੇ ਭੇਜਿਆ, ਕਿਉਂ ਭੇਜਿਆ, ਉੱਧਰ ਤੁਰਨਾ ਚਾਹੀਦਾ, ਉਹ ਸੱਚਾਈ ਕੱਢਣੀ ਚਾਹੀਦੀ ਆ। ਜੇ ਅਸੀਂ ਜਾਣਬੁੱਝ ਕੇ ਉਹਨੂੰ ਕਤਲ ਕਰਿਆ ਜਾਂ ਸਾਡੀ ਨਿੱਜੀ ਰੰਜਿਸ਼ ਉਹਦੇ ਵਿੱਚ ਨਿਕਲਦੀ ਹੈ, ਅਸੀਂ ਸਾਰੇ ਜੇਲ੍ਹ ਜਾਣ ਨੂੰ ਤਿਆਰ ਹਾਂ। ਬਾਬਾ ਜੀ, ਇੱਕ ਸੰਯੁਕਤ ਮੋਰਚੇ ਦੇ ਜੋਗਿੰਦਰ ਯਾਦਵ ਵੱਲੋਂ ਬਿਆਨਬਾਜ਼ੀ ਆ ਰਹੀ ਹੈ ਕਿ ਨਿਹੰਗ ਜਥੇਬੰਦੀਆਂ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ। ਅਸੀਂ ਪਹਿਲੇ ਦਿਨ ਤੋਂ ਇਹਨਾਂ ਨੂੰ ਕਿਹਾ ਸੀ ਵੀ ਤੁਹਾਡੇ ਲਈ ਇੱਥੇ ਕੋਈ ਜਗ੍ਹਾ ਨਹੀਂ। ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਜੇ ਜੋਗਿੰਦਰ ਯਾਦਵ ਨਿਹੰਗ ਸਿੰਘਾਂ ਵਾਸਤੇ, ਉਹਦੇ ਵਾਸਤੇ ਕੋਈ ਜਗ੍ਹਾ ਨਹੀਂ, ਤਾਂ ਜਿਹੜੇ ਨਿਹੰਗ ਸਿੰਘ ਨੇ ਉਹ ਲੰਡੂ, ਇਹ ਲੰਡੂ ਜਿਹਾ ਬੰਦਾ ਵਾ ਜੋਗਿੰਦਰ ਯਾਦਵ, ਇਹਦੇ ਨਾਲ ਕੋਈ ਐਡਾ ਕੋਈ ਖਾਸ, ਮੈਂ ਕਹਿੰਦਾ ਉਹ ਇਕੱਠ ਕਰੇ, ਮੈਨੂੰ ਦਿਖਾਵੇ ਕਿੰਨੇ ਕੁ ਉਹਦੇ ਨਾਲ ਉਹਦੇ ਇਲਾਕੇ ਦੇ ਤੁਰਦੇ ਨੇ, ਕਿੰਨੇ ਕੁ ਬੰਦੇ ਉਹਦੇ ਇਲਾਕੇ, ਉਹਦੇ ਨਾਲ ਕੋਈ ਨਹੀਂ ਤੁਰਦਾ ਹੈਗਾ। ਉਹ ਅੱਜ ਇੱਥੇ ਗੱਲਾਂ ਮਾਰਦਾ, ਹੀਰੋ ਬਣਦਾ ਫਿਰਦਾ। ਸਾਡੇ ਸੰਯੁਕਤ ਮੋਰਚੇ ਵਾਲੇ ਇਹੋ ਜਿਹੇ ਲੰਡੂਆਂ ਨੂੰ ਸਿਰ 'ਤੇ ਚੜ੍ਹਾ ਰੱਖਿਆ। ਉਹ BJP ਦਾ RSS ਦਾ ਬੰਦਾ ਵਾ। ਇਹ ਜਿਹੜੇ ਇਹੋ ਜਿਹੇ ਗੱਲਾਂ ਕਰਦਾ, ਉਹ ਜਿੱਥੇ ਮਰਜ਼ੀ ਬੈਠ ਕੇ, ਮੈਂ ਜੋਗਿੰਦਰ ਯਾਦਵ ਨੂੰ ਚੈਲੰਜ ਕਰਨਾ ਚਾਹੁੰਦਾ, ਜਿੱਥੇ ਮਰਜ਼ੀ ਸਾਹਮਣੇ ਬੈਠ ਕੇ ਗੱਲ ਕਰ, ਜੇ ਤੇਰੇ ਜ਼ਰੂਰਤ ਆ, ਭਕਾਈ ਕੁੱਤਿਆਂ ਵਾਲੀ ਨਾ ਮਾਰ, ਅਸੀਂ ਜਿੱਥੇ ਮਰਜ਼ੀ ਬੁਲਾ, ਅਸੀਂ ਆਉਂਦੇ ਹਾਂ। ਆਹ ਲਾਈਵ ਚੱਲਦੇ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਸਾਡੇ ਸਵਾਲਾਂ ਦਾ ਜਵਾਬ ਦਿਓ। ਉਦਣ ਜੋਗਿੰਦਰ ਯਾਦਵ ਉਦਣ ਕਿਉਂ ਨਹੀਂ ਆਇਆ ਜਦੋਂ RSS BJP ਚੜ੍ਹ ਕੇ ਆ ਗਈ ਸੀ ਸਟੇਜ ਦੇ ਉੱਤੇ, ਕਿਸਾਨਾਂ ਨੂੰ ਮਾਰ ਕੁੱਟ ਕਰ ਰਹੀ ਸੀ? ਉਦੋਂ ਇਹ ਜੋਗਿੰਦਰ ਯਾਦਵ ਕਿੱਥੇ ਗਿਆ ਸੀ? ਉਦੋਂ ਰਾਜੀਵਾਲ ਕਿੱਥੇ ਗਿਆ ਸੀਗਾ? ਉਹ ਤਾਂ ਕਹਿੰਦੇ ਸਾਡੇ ਹੈ ਨਹੀਂ ਗੇ, ਆ ਸਾਡੇ ਤੇ ਇਲਜ਼ਾਮਬਾਜ਼ੀ ਕਰ ਰਹੇ ਨੇ। ਸਾਡੇ ਕੋਲ ਵੱਡੇ ਖੁਲਾਸੇ ਨੇ। ਜੇ ਅਸੀਂ ਆਪਦੀ ਆਈ ਤੇ ਆ ਕੇ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਸਿਆਉਣਾ, ਸਾਰੇ ਲੀਡਰਾਂ ਨੂੰ। ਕਿੱਥੇ ਫਿਰਦੇ ਨੇ ਇਹ? ਕਿੱਥੇ ਕਿਉਂ ਇਹ ਸਾਰੇ ਭਾਰਤ ਦੇ ਕਿਸਾਨਾਂ ਨੂੰ ਅੱਗ ਦੀ ਝੋਕ 'ਚ ਝੋਕ ਰਹੇ ਨੇ? ਜੋ ਕੁਛ ਹੋ ਰਿਹਾ ਇਹਨਾਂ ਕਿਸਾਨਾਂ ਦੀ ਬਦੌਲਤ ਹੋ ਰਿਹਾ, ਨਹੀਂ ਐਡਾ ਕੰਮ ਹੋਣਾ ਹੀ ਸੀਗਾ। ਇਹ ਆਪਦੇ ਜਿਹੜੇ ਇਹੋ ਜਿਹੇ ਲੰਡੂ ਬੰਦੇ ਨੇ, ਉਹ ਆਪਦੀਆਂ ਜ਼ਬਾਨਾਂ ਨੂੰ ਲਗਾਮ ਦੇਣ, ਜਾਂ ਅਸੀਂ ਚੈਲੰਜ ਕਰਦੇ ਸਾਰਿਆਂ ਨੂੰ, ਸਾਡੇ ਸਾਹਮਣੇ ਬੈਠੋ, ਤੁਸੀਂ ਸਾਡੇ ਸਾਹਮਣੇ ਬੈਠੋ, ਸਾਨੂੰ ਸਵਾਲ ਕਰੋ, ਅਸੀਂ ਜਵਾਬ ਦੇਵਾਂਗੇ। ਜੇ ਤੁਹਾਡੇ ਜੁਰਤ ਹੈ, ਜੇ ਤੁਸੀਂ ਸੱਚੇ ਹੋ, ਤਾਂ ਅਸੀਂ ਸਵਾਲ ਕਰਾਂਗੇ, ਤੁਸੀਂ ਜਵਾਬ ਦੇ ਕੇ ਦਿਓ ਉਹਦਾ। ਐਵੇਂ ਭਕਾਈ ਮਾਰੀ ਜਾਣੀ, ਐਵੇਂ ਕਰੀ ਜਾਣਾ, ਉਹ ਨਾ ਕਰਿਓ, ਕਰੋ। ਤੁਹਾਡੀਆਂ ਗੱਡੀਆਂ ਸੇਵਾਵਾਂ ਨੇ, ਜੱਗ ਜਾਣਦਾ ਵੀ ਸਾਡੀਆਂ ਗੱਡੀਆਂ ਸੇਵਾਵਾਂ ਨੇ। ਜੇ ਸੰਗਤ ਕਹੂ ਅਸੀਂ ਤਾਂ ਕਹਿੰਦੇ ਪ੍ਰਵਾਨ ਕਰਦੇ ਆ, ਜੇ ਸੰਗਤ ਕਹੂ ਚਲੇ ਜਾਵਾਂਗੇ, ਸੰਗਤ ਕਹੂ ਰਹਿ ਪਾਂਗੇ, ਜਿੰਨੀ ਸੇਵਾ ਹੋਗੀ ਪ੍ਰਵਾਨ ਕਰ ਲਏ। 2 ਤਰੀਕ ਪੂਰੀ SKM ਜਿਹੜੀ ਹੈ, ਪੂਰੀ SKM ਲਈ ਇਸ ਪੂਰੀ ਘਟਨਾ ਤੋਂ ਆਪਣੇ ਹੱਥ ਪਿੱਛੇ ਕਰ ਲੈਂਦੇ। ਉਹ ਕਹਿੰਦੇ ਸਾਡਾ ਇਸ ਘਟਨਾ ਦੇ ਨਾਲ ਲੈਣਾ ਦੇਣਾ ਹੀ ਕੋਈ ਨਹੀਂ। ਉਹ ਚੰਗਾ ਪਤਾ ਕਿ ਜਿਹੜੇ ਕਿਸਾਨੀ ਲੀਡਰ ਨੇ, ਇਹ ਜਿਹੜਾ ਸੰਘਰਸ਼ ਉਹਨਾਂ ਦੇ ਪਿਓ ਦਾ ਤਾਂ ਕੋਈ ਨਹੀਂ ਨਾ, ਸੰਘਰਸ਼ ਤੇ ਪੂਰੀ ਦੁਨੀਆ ਦਾ ਹੈ। ਇੱਥੇ ਆਪ ਮਹਾਰੇ ਕਿੰਨੇ ਲੋਕ ਨੇ, ਕਿਸੇ ਨੇ ਇੱਥੇ ਕਿਹਾ ਵੀ ਤੁਸੀਂ ਜਾਓ ਨਿਹੰਗ ਸਿੰਘਾਂ ਨੂੰ? ਇਕੱਲੇ ਲੀਡਰਾਂ ਦੇ ਕਹਿਣ ਦੇ ਨਾਲ ਨਿਹੰਗ ਸਿੰਘ ਕਿਉਂ ਜਾਣਗੇ? ਚਲੋ ਮੈਂ ਤੁਹਾਡੀ ਵੱਡੀ ਗੱਲ ਕਰਦਾ ਉਹਨਾਂ ਲੀਡਰਾਂ ਦੀ। ਉਹ ਕਹਿੰਦੇ ਵੀ ਇਹ ਘਟਨਾ ਦਾ ਜਾਂ ਨਿਹੰਗ ਸਿੰਘਾਂ ਦਾ ਸਾਡੇ ਨਾਲ ਕੋਈ ਤਾਲੁਕਾਤ, ਨਿਹੰਗ ਸਿੰਘਾਂ ਨੂੰ ਚਲੇ ਜਾਣ, ਸਾਡਾ ਕੋਈ ਥਾਂ ਨਹੀਂ ਇੱਥੇ। ਪਰ ਮੈਂ ਇਹ ਪੁੱਛਣਾ ਚਾਹੁੰਦਾ, ਉਹ ਲੋਕਾਂ ਨੂੰ ਜਿਹੜੇ ਬਿਆਨ ਦੇ ਰਹੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦਾ ਗੁਰੂ ਹੈ ਜਾਂ ਨਹੀਂ? ਉਹ ਗੁਰੂ ਸਾਹਿਬ ਨੂੰ ਗੁਰੂ ਮੰਨਦੇ ਆ ਜਾਂ ਨਹੀਂ? ਇਹਨਾਂ ਤੁਸੀਂ ਪੁੱਛ ਲਓ ਜਾ ਕੇ ਸਵਾਲ, ਤੁਸੀਂ ਪੁੱਛੋ ਉਹਨਾਂ ਨੂੰ। ਅੱਛਾ ਬਾਬਾ, ਜੇ ਇਹ ਘਟਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੀ ਆ, ਇਹ ਮੋਰਚੇ ਨਾਲ ਨਹੀਂ, ਗੁਰੂ ਸਾਹਿਬ ਦੀ ਬੇਅਦਬੀ ਹੋਈ ਆ। ਜੇ ਉਹਨਾਂ ਨੂੰ ਗੁਰੂ ਪਿਆਰਾ ਨਹੀਂ, ਘਟਨਾ ਉਹ ਲੱਖ ਮੁੱਕਰੀ ਜਾਣਾ, ਫਿਰ ਉਹ ਸਿੱਖ ਨਹੀਂ ਹੋ ਸਕਦੇ। 10 ਮਹੀਨੇ ਦੇ ਬੈਠੇ ਨਿਹੰਗ ਸਿੰਘ, 10 ਮਹੀਨਿਆਂ ਦਾ ਕੋਈ ਵਾਅਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਇਹ ਨਿਹੰਗ ਸਿੰਘਾਂ ਨੇ ਐਡਾ ਸਟੈਪ ਚੱਕਿਆ ਨੇ, ਸਾਨੂੰ ਕੀ ਲੋੜ ਸੀ ਸਟੈਪ ਚੱਕਣ ਦੀ? ਕੋਈ ਸੁਨੇਹਾ ਦੇਣਾ ਚਾਹੋਗੇ?
ਸੁਨੇਹਾ ਤਾਂ ਇਹ ਆ ਸਾਡਾ ਸਾਰੇ ਕਿਸਾਨਾਂ ਨੂੰ, ਪੰਜਾਬ ਦਿਆਂ ਨੂੰ, ਭਾਰਤ ਦਿਆਂ ਨੂੰ 27 ਤਰੀਕ ਵੀ ਅਸੀਂ ਸ਼ਾਂਤੀ ਦੇ ਪੁਜਾਰੀ ਹਾਂ। ਅਸੀਂ ਕਿਸੇ ਦੇ ਘਰੇ ਚੜ੍ਹ ਕੇ ਨੇ ਕੋਈ ਨਜਾਇਜ਼ ਨਹੀਂ ਕਰੀ। ਜੇ ਸਾਡੇ ਇਸ਼ਟ ਦੀ ਬੇਅਦਬੀ ਹੋਈ ਆ ਤਾਂ ਸਿੰਘਾਂ ਦਾ ਖੂਨ ਖੌਲਿਆ, ਤੁਰਤ ਉਹਨੂੰ ਸੋਧਾ ਲਾਇਆ ਗਿਆ। ਜਿਹੜੇ ਲੋਕ ਇਹ ਕਹਿੰਦੇ ਨੇ ਸਾਰੀ ਪ੍ਰੈਸ ਖੜੀ ਆ, ਮੇਰੀ ਸਾਰੀ ਪ੍ਰੈਸ ਨੂੰ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ ਵੀ ਤੁਸੀਂ ਸਾਰਿਆਂ ਨੇ ਦੇਣਾ ਜਵਾਬ। ਮੈਂ ਇੱਕੋ ਹੀ ਸਵਾਲ ਕਰਦਾ ਤੁਹਾਨੂੰ। ਮੇਰਾ ਸਵਾਲ ਇਹ ਆ, ਜੇ ਕੋਈ ਵਿਅਕਤੀ ਤੁਹਾਡੇ ਪਿਓ ਦੀ ਦਾੜੀ ਪੱਟਦਾ ਹੋਵੇ, ਤੁਹਾਡੇ ਪਿਓ ਨੂੰ ਮਾਰਦਾ ਹੋਵੇ ਤੁਹਾਡੇ ਸਾਹਮਣੇ, ਤੁਸੀਂ ਫਿਰ ਉਸ ਟਾਈਮ ਕੀ ਡਿਸੀਜਨ ਲਿਓਗੇ? ਦੱਸੋ, ਪ੍ਰੈਸ ਦੱਸੇ ਸਾਰੀ, ਬੋਲੋ ਕੀ ਕਰੋਗੇ ਤੁਸੀਂ ਉਸ ਵਕਤ? ਬੋਲੋ ਕੀ ਕਰੋਗੇ ਉਸ ਵਕਤ? ਤੁਸੀਂ ਕੀ ਕਰੋਗੇ? ਜੋ ਹੋਏਗਾ ਉਹੀ ਕਰੋਗੇ। ਬਸ यही सवाल का जवाब है। ਸਾਡੇ ਪਿਓ ਦੀ ਪੱਗ ਨੂੰ ਹੱਥ ਪਾਇਆ, ਜੋ ਸਾਡੇ ਸਿੰਘਾਂ ਪਿਓ ਨੇ ਨੂੰ ਕਰਨਾ ਮਾਰਿਆ ਸੀ ਉਹਨਾਂ ਨੇ, ਜੋ ਸਾਤੋਂ ਉੱਥੇ ਹੋਇਆ ਉਹ ਸਿੰਘਾਂ ਨੇ ਕਰਤਾ। ਉਹ ਸਾਰੇ ਜਿਨ੍ਹਾਂ ਸਰੈਂਡਰ ਨੇ ਨੇ ਕੀਤਾ ਸਿਲੰਡਰ ਆਹੀ ਕਰਤਾ। ਗੁੱਸਾ ਬਸ, ਹੋਰ ਕੁਛ ਨਹੀਂ। ਜੇ ਤੇ ਭੱਜੇ ਹੋਣ, ਫਿਰ ਜੋ ਭੱਜਿਆ ਹੀ ਕੋਈ ਨਹੀਂਗਾ, ਸਾਰੇ ਉੱਤੇ बाबा ਬੈਠੇ। जी, क्या जो किसान संयुक्त मोर्चा के जितने भी किसान नेता हैं, क्या आप 27 तारीख को इनको भी इनविटेशन दे रहे हैं? ਬਿਲकुਲ हाँ, ਸਾਰਿਆਂ ਨੂੰ ਦਵਾਂਗੇ। सारी जथेबंदियों को बुलाया है, हम सब आए। अभी तक किसी का भी बयान सामने नहीं आया है और सब इसको गलत बता रहे जिसने बयान दिया है। उन्होंने कहा है कि एक कानून नाम की चीज थी, तो निहंगों ने किसान जो जिसने भी बेदबी की है उसको प्रशासन को सौंपना ਕਾਨੂੰਨ चाहिए। ਨਾਮ ਦੀ ਚੀਜ਼ ਦੇਖੋ ਤੁਸੀਂ। ਸਾਡਾ 84 'ਚ ਕਿੰਨਾ ਘਾਣ ਹੋਇਆ, ਕਿੰਨੇ ਨੌਜਵਾਨ ਮਾਰੇ ਗਏ, ਕਿੰਨਾ ਟਾਇਰ ਗਲਾ 'ਚ ਸਾੜੇ ਗਏ ਪਾ ਕੇ। ਸਾਨੂੰ ਉਹ ਇਨਸਾਫ ਨਹੀਂ ਮਿਲਿਆ। ਜੇ ਕਾਨੂੰਨ ਸੀ ਉਹ ਇਨਸਾਫ ਨਹੀਂ ਮਿਲਿਆ। ਜੇ ਕਿਸਾਨ ਆਗੂਆਂ ਨੂੰ ਕਾਨੂੰਨ ਤੇ ਭਰੋਸਾ ਹੈ, ਸਾਰੇ ਕੰਨ ਖੋਲ ਕੇ ਸੁਣ ਲਓ। ਜੇ ਕਿਸਾਨ ਆਗੂ ਇਹ ਕਹਿੰਦੇ ਨੇ ਵੀ ਕਾਨੂੰਨ ਦੇ ਵਿੱਚ ਰਹਿਣਾ ਚਾਹੀਦਾ ਸੀ, ਤਾਂ ਫਿਰ ਤੁਸੀਂ ਜੇ ਕਾਨੂੰਨ ਤੇ ਵਿਸ਼ਵਾਸ ਕਰਦੇ ਹੋ ਤਾਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਜਿਹੜੇ ਕਿਸਾਨ ਨੇ ਉਹ ਘਰਾਂ ਨੂੰ ਚਲੇ ਜਾਣ। ਅਸੀਂ ਜਿਹੜੀ ਆ ਕਾਨੂੰਨਾਂ ਦੇ ਰੱਦ, ਇਹਨਾਂ ਤੇ ਪਾਬੰਦੀ ਲਾਤੀ ਆ। ਫਿਰ ਤੁਸੀਂ ਕਾਨੂੰਨ ਮੰਨੋ। ਫਿਰ ਇੱਥੇ ਸਾਨੂੰ ਕਾਹਤੋਂ ਬਿਠਾਇਆ? ਚਲੋ ਘਰਾਂ ਨੂੰ। ਬੈਰੀਕੇਡ ਤੋੜ ਕੇ ਕਿਉਂ ਆਏ ਫਿਰ ਇੱਥੇ? ਚਲੋ ਫਿਰ ਘਰਾਂ ਨੂੰ। ਜੇ ਤੁਹਾਡਾ ਕਾਨੂੰਨ ਤੇ ਵਿਸ਼ਵਾਸ ਆ, ਫਿਰ ਕਿਉਂ ਸਾਨੂੰ ਇੱਥੇ ਬਿਠਾਇਆ? ਕਿਉਂ ਗਦੀ ਗੇੜ ਪਾਏ ਲੋਕਾਂ ਨੂੰ? ਕਿਉਂ ਲੋਕਾਂ ਦੇ ਪੈਸੇ ਬਰਬਾਦ ਕਰੇ ਨੇ? ਕਿਉਂ ਲੋਕਾਂ ਦੇ ਜਿਹੜਾ 700-800 ਬੰਦਾ ਇੱਥੇ ਮਰਿਆ, ਕਿਉਂ ਉਹ ਕਿਹਦੇ ਖਾਤੇ ਪਾਉਣਗੇ? ਜੇ ਤੁਹਾਨੂੰ ਕਾਨੂੰਨ ਤੇ ਵਿਸ਼ਵਾਸ ਆ, ਫਿਰ ਕਾਨੂੰਨ ਤੇ ਵਿਸ਼ਵਾਸ ਰੱਖੋ। ਸੁਪਰੀਮ ਕੋਰਟ ਨੇ ਕਹਿਤਾ ਵੀ ਅਸੀਂ ਇਹ 'ਤੇ ਰੋਕ ਲਾਤੀ, ਘਰਾਂ ਨੂੰ ਜਾਓ। ਫਿਰ ਚਲੋ ਘਰਾਂ ਨੂੰ। ਫਿਰ ਇੱਥੇ ਬੈਠੇ ਕੀ ਕਰਦੇ ਹੋ ਤੁਸੀਂ? ਜਦੋਂ ਸੁਪਰੀਮ ਕੋਰਟ ਨੇ ਰੋਕ ਹੀ ਲਾਤੀ ਹੈ, ਜੇ ਕਾਨੂੰਨ ਨੂੰ ਤੁਸੀਂ ਮੰਨਦੇ ਹੋ, ਫਿਰ ਇੱਥੇ ਕਿਉਂ ਨਹੀਂ ਬਿਠਾਇਆ? ਚਲੋ ਘਰਾਂ ਨੂੰ ਚੱਲੀਏ।